ਕਈ ਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖ ਦਾਈ ਦੁਖ ਬਿਡਾਰਨ ਹਰੀਆ। ਅਵਰ ਸਾਧ ਚਖ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮੀਠਾ ਜਿਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 100 ਔਰ 101 ਉੱਪਰ ਸਭਾਏਮਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਮਈ ਬਾਣੀ ਵਿੱਚ ਕਿਰਪਾ ਕਰਦੇ ਨੇ। ਪਰਮੇਸ਼ਵਰ ਦਾ ਨਾਮ ਅੰਮ੍ਰਿਤ ਰਸ ਦੇ ਨਾਲ ਭਰਪੂਰ ਹੈ, ਤੇ ਪਰਮੇਸ਼ਵਰ ਦਾ ਨਾਮ ਕਿੱਥੇ ਹੈ? ਸੱਚੀ ਬਾਣੀ ਦੇ ਵਿੱਚ, ਜੋ ਅੰਮ੍ਰਿਤ ਰਸ ਦੇ ਨਾਲ ਭਰਪੂਰ ਹੈ। ਤੇ ਅੰਮ੍ਰਿਤ ਬਾਣੀ ਜਿਹੜੀ ਹੈ ਉਹ ਸਾਡੇ ਵਾਸਤੇ ਗੁਰੂ ਦਾ ਰੂਪ ਹੈ। ਪਰਮੇਸ਼ਵਰ ਦਾ ਨਾਮ ਜਿੱਥੇ ਅੰਮ੍ਰਿਤ ਰਸ ਦੇ ਨਾਲ ਭਰਪੂਰ, ਉੱਥੇ ਪਾਕ ਪਵਿੱਤਰ ਨਾਮ ਹੈ, ਜਿਹਨੂੰ ਮੈਲਾ ਨਹੀਂ ਕੀਤਾ ਜਾ ਸਕਦਾ। ਔਰ ਜੋ ਸਾਡੇ ਮਨ ਦੀ ਮਲ ਨੂੰ ਧੋ ਦੇਣ ਵਾਲਾ ਹੈ, ਐਸਾ ਪਵਿੱਤਰ ਨਾਮ ਸਾਡੇ ਮਨ ਉੱਤੇ ਜਿੰਨੀ ਮਰਜ਼ੀ ਵਿਕਾਰਾਂ ਦੀ ਮਲ ਲੱਗੀ ਹੋਵੇ, ਗੁਰਬਾਣੀ ਵਿੱਚ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇਹ ਮਨ ਕਾਲਾ ਹੋ ਚੁੱਕਾ ਹੈ। ਇੰਨੀ ਮੈਲ ਇਕੱਠੀ ਹੋ ਚੁੱਕੀ ਹੈ ਮਨ ਦੇ ਵਿੱਚ ਕਿ ਮਨ ਬਿਲਕੁਲ ਕਾਲਾ ਹੋ ਚੁੱਕਾ ਹੈ। ਔਰ ਇਹ ਪਵਿੱਤਰ ਨਾਮ ਸਾਡੇ ਮਨ ਦੀ ਕਾਲਖ ਨੂੰ ਵੀ ਧੋ ਦੇਣ ਵਾਲਾ ਹੈ। ਇਹ ਪਵਿੱਤਰ ਨਾਮ ਸਾਨੂੰ ਪਵਿੱਤਰ 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 ਪੁਨੀਤ ਕਰ ਦੇਣ ਵਾਲਾ ਹੈ। ਇਹ ਪਰਮੇਸ਼ਵਰ ਦਾ ਸੱਚਾ ਨਾਮ ਸਾਡੇ ਦੁੱਖ ਨੂੰ ਦੂਰ ਕਰਨ ਵਾਲਾ ਹੈ। ਜਦੋਂ ਸਾਨੂੰ ਸੱਚੀ ਬਾਣੀ ਦਾ, ਪਰਮੇਸ਼ਵਰ ਦੇ ਨਾਮ ਦਾ ਗਿਆਨ ਹੋ ਜਾਏਗਾ, ਫਿਰ ਅਸੀਂ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਿਤ ਉੱਠ ਕੇ ਕਰਾਂਗੇ। ਭਾਵ ਫਿਰ ਚਲਦਿਆਂ ਫਿਰਦਿਆਂ ਨਾਮ ਦਾ ਅਭਿਆਸ ਹੁੰਦਾ ਰਹੇਗਾ। ਪਰ ਜੇ ਸਾਨੂੰ ਪਰਮੇਸ਼ਵਰ ਦੇ ਨਾਮ ਦੀ ਸੋਝੀ ਨਹੀਂ,
ਪਰਮੇਸ਼ਵਰ ਦੇ ਨਾਮ ਦਾ ਗਿਆਨ ਨਹੀਂ, ਫਿਰ ਇਹ ਜਪਣਾ ਔਖਾ ਹੈ। ਫਿਰ ਬੰਦਾ ਕਹਿ ਦਿੰਦਾ ਵੀ ਜੇ ਅਸੀਂ ਨਾਮ ਨਾ ਜਪਾਂਗੇ ਤੇ ਕੀ ਫਰਕ ਪੈਣਾ। ਜੇ ਅੰਮ੍ਰਿਤ ਬਾਣੀ ਦਾ ਅਭਿਆਸ ਨਹੀਂ ਕਰਾਂਗੇ ਤੇ ਕੀ ਫਰਕ ਪੈਣਾ। ਸਾਡੇ ਕੋਲ ਤਾਂ ਸਭ ਕੁਝ ਹੈ, ਧਨ ਪਦਾਰਥ, ਰੋਟੀ ਕੱਪੜਾ ਮਕਾਨ, ਸਭ ਕੁਝ ਸਾਡੇ ਕੋਲ ਹੈ। ਪਰ ਮਹਾਰਾਜ ਜੀ ਕਹਿੰਦੇ ਜੇ ਸਭ ਕੁਝ ਤੇਰੇ ਕੋਲ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਸੱਚਾ ਨਾਮ ਨਹੀਂ, ਤਾਂ ਤੇਰੇ ਜੀਵਨ ਵਿੱਚ ਜਿਹੜਾ ਦੁੱਖ, ਉਹ ਦੁੱਖ ਤੇਰਾ ਕੋਈ ਨਹੀਂ ਦੂਰ ਕਰ ਸਕਦਾ। ਕਿਉਂਕਿ ਇੱਕੋ ਇੱਕ ਪਰਮੇਸ਼ਵਰ ਦਾ ਨਾਮ ਹੈ ਜੋ ਸਾਡੇ ਦੁੱਖ ਦੂਰ ਕਰ ਸਕਦਾ ਹੈ, ਜੋ ਸਾਡੇ ਦੁੱਖ ਨੂੰ ਕੱਟ ਸਕਦਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਜਿਹਨੂੰ ਸਮਝ ਆਈ ਉਹਨਾਂ ਆਖਿਆ ਵਾਹਿਗੁਰੂ ਜੀ ਤੁਹਾਡਾ ਨਾਮ ਦੁੱਖਾਂ ਨੂੰ ਭੰਜ ਦੇਣ ਵਾਲਾ, ਭਾਵ ਮਿਟਾ ਦੇਣ ਵਾਲਾ ਹੈ। ਔਰ ਗੁਰੂ ਸਾਹਿਬ ਮਹਾਰਾਜ ਵੀ ਕਹਿੰਦੇ ਆ ਵੀ ਜੇ ਪਰਮੇਸ਼ਵਰ ਨੇ ਸੱਚੀ ਬਾਣੀ ਦੇ ਰਾਹੀਂ ਸਾਡੇ ਤੇ ਇਹ ਨਾਮ ਦੀ ਬਖਸ਼ਿਸ਼ ਕੀਤੀ ਹੈ ਤੇ ਇਹ ਸਾਡੇ ਰੋਗ ਔਰ ਦੁੱਖ ਨੂੰ ਕੱਟਣ ਵਾਸਤੇ ਹੈ। ਰੋਗ ਜਿਹੜੇ ਸਾਡੇ ਮਨ ਨੂੰ ਲੱਗੇ ਹੋਏ ਨੇ, ਦੁੱਖ ਜੋ ਸਾਡੀ ਜੀਵ ਆਤਮਾ ਨੂੰ ਲੱਗਾ ਹੈ। ਹੁਣ ਜਿਹੜਾ ਸਾਨੂੰ ਗਿਆਨ ਉਹ ਸਰੀਰ ਦਾ, ਸਰੀਰ ਦੇ ਰੋਗ ਦਾ ਪਤਾ ਹੈ ਕਿ ਚਮੜੀ ਦਾ ਰੋਗ ਕਿਹੜਾ ਹੁੰਦਾ ਹੈ, ਹੱਡੀਆਂ ਦਾ ਰੋਗ ਕਿਹੜਾ ਹੁੰਦਾ ਹੈ, ਬਲੱਡ ਦਾ ਰੋਗ ਕਿਹੜਾ ਹੁੰਦਾ, ਸਾਰੀਆਂ ਬਿਮਾਰੀਆਂ ਦਾ ਪਤਾ ਹੈ। ਪਰ ਬੰਦੇ ਨੂੰ ਮਨ ਦੀਆਂ ਬਿਮਾਰੀਆਂ ਦਾ ਨਹੀਂ ਪਤਾ। ਬਾਹਰੀ ਤੌਰ ਤੇ ਜਿਹੜਾ ਦੁੱਖ ਆਇਆ ਉਹ ਮਹਿਸੂਸ ਹੁੰਦਾ ਹੈ, ਪਰ ਆਪਣੇ ਜੀਵ ਆਤਮਾ ਦਾ ਦੁੱਖ ਮਹਿਸੂਸ ਨਹੀਂ ਹੁੰਦਾ। ਅਸਲ ਵਿੱਚ ਸਾਡੇ ਮਨ ਵਿੱਚ ਬੜੇ ਭਿਆਨਕ ਰੋਗ ਲੱਗੇ ਹੋਏ ਨੇ ਔਰ ਸਾਡੀ ਜੀਵ ਆਤਮਾ ਕਈ ਜਨਮਾਂ ਤੋਂ ਵਿਛੜ ਕੇ ਦੁੱਖ ਭੋਗ ਰਹੀ ਹੈ। ਇਸ ਦੁੱਖ ਨੂੰ ਮਿਟਾਉਣ ਵਾਸਤੇ, ਮਾਨਸਿਕ ਰੋਗ ਖਤਮ ਕਰਨ ਵਾਸਤੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਹ ਪੱਕਾ ਡੇਰਾ ਲਾ ਕੇ ਬੈਠੇ ਆ। ਸਾਡੀ ਜੀਵ ਆਤਮਾ ਦਾ ਦੁੱਖ ਨਹੀਂ ਮੁੱਕਦਾ ਤੇ ਮਾਨਸਿਕ ਰੋਗ ਨਹੀਂ ਮੁੱਕਦੇ। ਇਹ ਐਸਾ ਪੱਕਾ ਡੇਰਾ ਇਹਨਾਂ ਨੇ ਸਾਡੇ ਘਰ ਵਿੱਚ ਬਣਾ ਲਿਆ, ਦੁੱਖ ਵੀ ਨਹੀਂ ਜਾਂਦਾ ਤੇ ਰੋਗ ਵੀ ਨਹੀਂ ਜਾਂਦਾ। ਪਰ ਇੱਕੋ ਇੱਕ ਐਸੀ ਬਖਸ਼ਿਸ਼ ਮਹਾਰਾਜ ਨੇ ਬਾਣੀ ਰਾਹੀਂ ਦਿੱਤੀ ਜਿਹਦੇ ਨਾਲ ਸਾਡੇ ਦੁੱਖ ਤੇ ਰੋਗ ਅੰਦਰੋਂ ਕੱਟੇ ਜਾ ਸਕਦੇ ਆ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਵਾ ਸਭ ਥਾਈ। ਪਰ ਉਹਦੇ ਲਈ ਕੀ ਕਰਨਾ ਪਏਗਾ? ਜਿਹੜਾ ਪਰਮੇਸ਼ਵਰ ਦਾ ਸੱਚਾ ਨਾਮ ਹੈ ਉਹਦਾ ਸਾਨੂੰ ਰਸ ਪੀਣਾ ਪਏਗਾ। ਕੇਵਲ ਬਾਣੀ ਨੂੰ ਪੜ੍ਹਨਾ, ਕੇਵਲ ਗੁਰਬਾਣੀ ਨੂੰ ਸੁਣਨਾ ਹੀ ਕਾਫੀ ਨਹੀਂ। ਅਸੀਂ ਗੁਰਬਾਣੀ ਦੇ ਵਿੱਚੋਂ ਦੀ ਰਸ ਲੈਣਾ ਹੈ, ਜਿਹਨੇ ਸਾਡੇ ਅੰਦਰ ਦੇ ਜੀਵਨ ਨੂੰ ਖੁਸ਼ਹਾਲ ਕਰਨਾ ਹੈ। ਕੇਵਲ ਜਿਹੜੇ ਫੁੱਲ ਖਿੜੇ ਹੋਏ ਨੇ, ਕੇਵਲ ਉਹਨਾਂ ਦੇ ਉੱਪਰ ਪਾਣੀ ਦਾ ਛਿੜਕਾਅ ਕਰਨਾ ਹੀ ਕਾਫੀ ਨਹੀਂ, ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਵੀ ਪਾਣੀ ਪੈਣਾ ਚਾਹੀਦਾ ਹੈ। ਜਿਨ੍ਹਾਂ ਦੀਆਂ ਜੜ੍ਹਾਂ ਵਿੱਚ ਪਾਣੀ ਪੈਂਦਾ ਹੈ ਉਹ ਫੁੱਲ ਸਦਾ ਖਿੜੇ ਰਹਿੰਦੇ ਨੇ। ਸਭ ਕਹਿੰਦੇ ਇਹ ਬਾਣੀ ਉੱਪਰੋਂ ਉੱਪਰੋਂ ਹੀ ਇਹਦਾ ਅਭਿਆਸ ਨਾ ਕਰ, ਇਸ ਬਾਣੀ ਦਾ ਰਸ ਤੇਰੇ ਅੰਦਰ ਜਾਣਾ ਚਾਹੀਦਾ ਹੈ। ਜਦੋਂ ਇਹ ਬਾਣੀ ਦਾ ਰਸ ਤੇਰੇ ਅੰਦਰ ਜਾਏਗਾ ਫਿਰ ਤੇਰੇ ਦੁੱਖ ਤੇ ਰੋਗ ਬਾਹਰ ਆਉਣੇ ਆ, ਤਾਂ ਤੇਰੇ ਜੀਵਨ ਦੇ ਅੰਦਰ ਖੁਸ਼ਹਾਲੀ ਆਏਗੀ, ਹਰਿਆਵਲੀ ਆਏਗੀ, ਤੇਰੇ ਜੀਵਨ ਦੇ ਅੰਦਰ ਖੇੜਾ ਆਏਗਾ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸਾਹਿਬ ਜੀ ਕਹਿੰਦੇ ਅੰਮ੍ਰਿਤ ਨਾਮ ਸਦਾ ਨਿਰਮਲੀਆ,
ਇਹ ਨਾਮ ਅੰਮ੍ਰਿਤ ਰਸ ਨਾਲ ਭਰਪੂਰ ਹੈ ਔਰ ਇਹ ਸਦਾ ਪਵਿੱਤਰ ਹੈ, ਇਹਨੂੰ ਮੈਲਾ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਅੰਦਰ ਜਿਹੜੇ ਆਪਣੇ ਆਪ ਨੂੰ ਪਵਿੱਤਰ ਕਹਾਉਂਦੇ ਸਨ, ਜਿਨ੍ਹਾਂ ਤੇ ਦੁਨੀਆ ਨੇ ਵਿਸ਼ਵਾਸ ਬੜਾ ਕੀਤਾ ਵੀ ਇਹ ਬੜੇ ਪਵਿੱਤਰ ਜੀਵਨ ਵਾਲਾ ਹੈ, ਪਰ ਇੱਕ ਦਿਨ ਸਮਾਂ ਆਇਆ ਤੇ ਉਹਨਾਂ ਦਾ ਜੀਵਨ ਵੀ ਮੈਲਾ ਹੋ ਗਿਆ। ਉਹਨਾਂ ਦੇ ਨਾਮ ਨੂੰ ਕਈ ਪ੍ਰਕਾਰ ਦੇ ਦਾਗ ਲੱਗ ਗਏ, ਪਰ ਇੱਕੋ ਇੱਕ ਪਵਿੱਤਰ ਨਾਮ ਹੈ ਜਿਹਦੇ ਉੱਤੇ ਕੋਈ ਦਾਗ ਕੋਈ ਮੈਲ ਨਹੀਂ ਲੱਗ ਸਕਦੀ, ਪਰ ਉਹ ਨਾਮ ਸਾਡੇ ਦਾਗ ਧੱਬੇ ਮਿਟਾ ਸਕਦਾ ਹੈ, ਸਾਡੇ ਜਨਮਾਂ ਜਨਮਾਂ ਦੀ ਮਲ ਨੂੰ ਧੋ ਸਕਦਾ ਹੈ। ਇਸ ਲਈ ਇਹ ਸਦਾ ਪਵਿੱਤਰ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਖਦਾਈ, ਇਹ ਪਰਮੇਸ਼ਵਰ ਦਾ ਨਾਮ ਸੁਖ ਦੇਣ ਵਾਲਾ ਹੈ। ਦੁੱਖ ਬਿਡਾਰਨ ਹਰੀਆ, ਇਹ ਸਾਡੇ ਦੁੱਖ ਨੂੰ ਅੰਦਰੋਂ ਕੱਢ ਦੇਣ ਵਾਲਾ ਹੈ, ਇਹ ਸਾਡੇ ਦੁੱਖ ਨੂੰ ਦੂਰ ਕਰ ਦੇਣ ਵਾਲਾ ਹੈ। ਇੱਕ ਨਾਮ ਦੇ ਵਿੱਚ ਇੰਨੀਆਂ ਬਖਸ਼ਿਸ਼ਾਂ ਨੇ। ਇਹ ਅੰਮ੍ਰਿਤ ਰਸ ਨਾਲ ਵੀ ਭਰਪੂਰ ਹੈ, ਇਹ ਪਵਿੱਤਰ ਵੀ ਹੈ, ਇਹ ਸੁਖਦਾਈ ਵੀ ਹੈ, ਔਰ ਇਹ ਸਾਡੇ ਦੁੱਖ ਨੂੰ ਦੂਰ ਕਰਨ ਵਾਲਾ ਵੀ ਹੈ। ਅਵਰ ਸਾਧ ਚਖ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮੀਠਾ ਜੀਓ। ਜਿਨ੍ਹਾਂ ਨੇ ਮਨ ਕਰਕੇ ਪਰਮੇਸ਼ਵਰ ਦੇ ਨਾਮ ਦਾ ਰਸ ਚੱਖ ਲਿਆ, ਜਦੋਂ ਚੱਖਿਆ ਉਦੋਂ ਪਤਾ ਲੱਗਾ ਵੀ ਇਹ ਕਿੰਨਾ ਮਿੱਠਾ ਹੈ। ਕਿਉਂਕਿ ਜਿੰਨਾ ਚਿਰ ਕੋਈ ਪਦਾਰਥ ਅਸੀਂ ਚੱਖ ਨਹੀਂ ਲੈਂਦੇ, ਸਾਨੂੰ ਉਹਦਾ ਸਵਾਦ ਪਤਾ ਹੀ ਨਹੀਂ ਲੱਗਣਾ। ਦੇਖਣ ਦੇ ਨਾਲ ਸਵਾਦ ਨਹੀਂ ਪਤਾ ਲੱਗਣਾ, ਜਾਂ ਮੁੱਖ ਤੋਂ ਕਹਿਣ ਨਾਲ ਗੱਲ ਨਹੀਂ ਬਣਨੀ। ਹੁਣ ਗੁੜ ਹੈ, ਤੁਸੀਂ ਸਾਰੀ ਦਿਹਾੜੀ ਮੁੱਖ ਤੋਂ ਕਹੀ ਜਾਓ ਗੁੜ ਗੁੜ, ਕੀ ਉਹਦਾ ਸਵਾਦ ਆ ਜਾਏਗਾ? ਸਵਾਦ ਤਾਂ ਉਦੋਂ ਆਏਗਾ ਜਦੋਂ ਉਹਨੂੰ ਤੁਸੀਂ ਚੱਖ ਕੇ ਵੇਖੋਗੇ। ਤੁਸੀਂ ਕਹੋ ਵੀ ਸ਼ੱਕਰ ਬੜੀ ਮਿੱਠੀ ਹੈ, ਬੜੀ ਮਿੱਠੀ ਹੈ, ਸਾਰੀ ਦਿਹਾੜੀ ਕਹੀ ਜਾਓ, ਪਰ ਜਦੋਂ ਉਹਦਾ ਸਵਾਦ ਚੱਖੋਗੇ ਫਿਰ ਪਤਾ ਲੱਗਣਾ ਉਹ ਕਿੰਨੀ ਕੁ ਮਿੱਠੀ ਹੈ। ਕੋਈ ਵੀ ਪਦਾਰਥ ਹੈ, ਉਹਨੂੰ ਚੱਖ ਕੇ ਹੀ ਉਹਦੇ ਸਵਾਦ ਦਾ ਪਤਾ ਲੱਗਦਾ ਹੈ। ਸਭ ਕਹਿੰਦੇ ਜਿੰਨਾ ਚਿਰ ਗੁਰਬਾਣੀ ਵਿੱਚੋਂ ਤੁਸੀਂ ਅੰਮ੍ਰਿਤ ਰਸ ਨਹੀਂ ਚੱਖੋਗੇ, ਤੁਹਾਨੂੰ ਪਤਾ ਕਿਵੇਂ ਲੱਗੇਗਾ ਇਹ ਕਿੰਨੀ ਮਿੱਠੀ ਬਾਣੀ ਹੈ, ਇਹਦੇ ਵਿੱਚ ਕਿੰਨੀ ਮਿਠਾਸ ਹੈ। ਔਰ ਇਹ ਵੀ ਧਿਆਨ ਵਿੱਚ ਰੱਖਣਾ ਕਿ ਜਿਹੜਾ ਬਾਹਰ ਦਾ ਮਿਠਾਸ ਵਾਲਾ ਪਦਾਰਥ ਹੈ, ਬਾਣੀ ਵੀ ਪਦਾਰਥ ਹੈ, ਪਰਮੇਸ਼ਵਰ ਦਾ ਨਾਮ ਵੀ ਪਦਾਰਥ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਤਤੀ ਤਵੀ ਤੇ ਬੈਠ ਕੇ ਨਾਮ ਦਾ ਪਦਾਰਥ ਹੀ ਮੰਗ ਰਹੇ ਨੇ। ਤੇਰਾ ਕੀਆ ਮੀਠਾ ਲਾਗੈ ਹਰ ਨਾਮ, ਪਦਾਰਥ ਨਾਨਕ ਮੰਗੈ। ਇਹ ਪਦਾਰਥ ਹੈ ਜਿਹਨੂੰ ਅਸੀਂ ਖਾ ਵੀ ਸਕਦੇ ਹਾਂ, ਜਿਹਦਾ ਰਸ ਵੀ ਪੀ ਸਕਦੇ ਹਾਂ। ਹੁਣ ਇਹ ਪਦਾਰਥ ਇੰਨਾ ਮਿੱਠਾ ਹੈ ਨਾਮ ਦਾ ਕਿ ਇਹ ਜਿੰਨਾ ਅਸੀਂ ਹੁਣ ਬਾਹਰ ਡਾਕਟਰ ਕਹਿੰਦੇ ਆ ਵੀ ਬਹੁਤਾ ਮਿੱਠਾ ਨਹੀਂ ਖਾਣਾ ਚਾਹੀਦਾ, ਜਿੰਨਾ ਹੋ ਸਕੇ ਮਿੱਠੇ ਤੋਂ ਪਰਹੇਜ਼ ਰੱਖੋ, ਨਹੀਂ ਤੇ ਕਈ ਭਿਆਨਕ ਰੋਗ ਲੱਗ ਸਕਦੇ ਆ। ਪਰ ਮਹਾਰਾਜ ਕਹਿੰਦੇ ਆਹ ਰਸ ਤੂੰ ਭਰ ਭਰ ਕੇ ਪੀ, ਇਸ ਰਸ ਦੇ ਨਾਲ ਤੇਰੇ ਰੋਗ ਕੱਟੇ ਜਾਣੇ ਆ, ਤੇ ਬਾਹਰ ਦਾ ਰਸ ਜਿਹੜਾ ਤੂੰ ਪੀਣਾ ਉਹਦੇ ਨਾਲ ਰੋਗ ਲੱਗ ਜਾਣੇ ਆ। ਜਿਹੜੇ ਅਸੀਂ ਰਸ ਪੀਂਦੇ ਆ ਉਹਦੇ ਨਾਲ ਕਈ ਬਿਮਾਰੀਆਂ ਲੱਗਦੀਆਂ, ਪਰ ਆਹ ਰਸ ਜੇ ਪੀਆਂਗੇ ਇੰਨਾ ਮਿੱਠਾ ਹੈ ਕਿ ਦੁਨੀਆ ਵਿੱਚ ਕੋਈ ਪਦਾਰਥ ਇੰਨਾ ਮਿੱਠਾ ਨਹੀਂ, ਮਿਠਾਸ ਵਾਲਾ। ਪਰ ਸਾਹਿਬ ਕਹਿੰਦੇ ਇਹਦੇ ਨਾਲ ਤੇਰੇ ਰੋਗ ਕੱਟੇ ਜਾਣੇ ਆ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵੀ ਅਵਰ ਸਾਧ, ਅਵਰ ਮੈਨੇ ਹੋਰ, ਹੋਰ ਹੋਰ ਰਸ ਜਿੰਨੇ ਮਰਜ਼ੀ ਚੱਖ ਲਓ ਤੁਸੀਂ, ਪਰ ਹੇ ਮਨ ਜਿੰਨਾ ਚਿਰ ਤੂੰ ਨਾਮ ਦਾ ਰਸ ਨਹੀਂ ਲਏਗਾ ਤੈਨੂੰ ਉਹ ਮਿਠਾਸ ਦਾ ਪਤਾ ਹੀ ਕੋਈ ਨਹੀਂ ਲੱਗਣਾ। ਹਾਂ, ਜਿਸ ਦਿਨ ਚੱਖ ਲਿਆ ਉਸ ਦਿਨ ਸਾਰੇ ਫਿੱਕੇ ਪੈ ਜਾਣੇ ਆ, ਉਸ ਦਿਨ ਤੈਨੂੰ ਕੋਈ ਹੋਰ ਪਦਾਰਥ ਸਵਾਦ ਹੀ ਨਹੀਂ ਲੱਗਣਾ। ਅੱਜ ਕਈਆਂ ਨੂੰ ਕੱਚੀ ਬਾਣੀ ਬੜੀ ਸਵਾਦ ਲੱਗਦੀ ਹੈ, ਪਰ ਜਿਸ ਦਿਨ ਸੱਚੀ ਬਾਣੀ 'ਚੋਂ ਰਸ ਮਿਲ ਗਿਆ ਉਹਨਾਂ ਨੂੰ ਉਹ ਵੀ ਫਿੱਕੀ ਲੱਗਣ ਲੱਗ ਜਾਏਗੀ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਆਪ ਜੀ ਨਾਲ ਬੜੀ ਵਾਰ ਸਾਂਝੇ ਕੀਤੇ। ਉਹਨਾਂ ਨੂੰ ਸ਼ੱਕਰ ਗੰਜ ਕਿਹਾ ਜਾਂਦਾ ਹੈ, ਬਾਬਾ ਫਰੀਦ ਸਾਹਿਬ ਨੂੰ।
ਕਿਉਂਕਿ ਬਚਪਨ ਤੋਂ ਹੀ ਉਹਨਾਂ ਨੂੰ ਸ਼ੱਕਰ ਬੜੀ ਸਵਾਦ ਲੱਗਦੀ ਹੈ। ਇੰਨੀ ਸਵਾਦ ਲੱਗਦੀ ਹੈ ਵੀ ਕਹਿੰਦੇ ਆ, ਮਾਂ ਮੈਂ ਰੱਬ ਦਾ ਨਾਮ ਉਦੋਂ ਲੈਣਾ ਜਦੋਂ ਮੈਨੂੰ ਸ਼ੱਕਰ ਮਿਲੇਗੀ। ਤੇ ਮਾਂ ਨੇ ਆਖਿਆ ਵੀ ਇਹ ਤਰੀਕਾ ਬੜਾ ਵਧੀਆ ਹੈ ਜੋੜਨ ਦਾ। ਅਸੀਂ ਵੀ ਆਪਣੇ ਬੱਚਿਆਂ ਨੂੰ ਕਿਹਾ ਕਰੀਏ ਵੀ ਜੇ ਤੁਸੀਂ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ ਤੇ ਅਸੀਂ ਤੁਹਾਨੂੰ ਉਹਦੇ ਬਦਲੇ ਆ ਦਿਆਂਗੇ। ਜੇ ਤੁਸੀਂ ਸਾਨੂੰ ਇੱਕੋ ਹੀ ਪੌੜੀ ਜਿਹੜੀ ਆ ਉਹ ਸੁਣਾ ਦਿਓ ਤੇ ਤੁਹਾਨੂੰ ਇਹ ਮਿਲੇਗਾ। ਜੇ ਤੁਸੀਂ ਨਿਤ ਉੱਠ ਕੇ ਗੁਰੂ ਸਾਹਿਬ ਦੇ ਦਰ ਤੇ ਨਮਸਕਾਰ ਕਰੋ, ਸੰਗਤ ਵਿੱਚ ਜਾ ਕੇ ਬੈਠੋ, ਤੁਹਾਨੂੰ ਆਪ ਮਿਲੇਗਾ। ਜੇ ਉਹ ਕਿ ਕੋਈ ਚੀਜ਼ ਦੇਣ ਨਾਲ ਸਾਡੇ ਬੱਚੇ ਗੁਰੂ ਘਰ ਆਉਣ ਲੱਗ ਜਾਣ, ਇਹ ਸੌਦਾ ਜਿਹੜਾ ਮਹਿੰਗਾ ਨਹੀਂ ਹੈ। ਜੇ ਸਾਡੇ ਬੱਚੇ ਗੁਰਬਾਣੀ ਕੰਠ ਕਰ ਲੈਣ, ਜੇ ਉਹਨਾਂ ਨੂੰ ਆਹ ਰਸ ਪੀਣ ਵਾਸਤੇ ਮਿਲ ਜਾਏ, ਤਾਂ ਸਾਡੇ ਬੱਚੇ ਕਦੇ ਵੀ ਨਸ਼ਿਆਂ ਵਾਲੇ ਰਸ ਨੂੰ ਨਹੀਂ ਪੀਣਗੇ। ਫਿਰ ਇਹ ਸਾਡੇ ਵਾਸਤੇ ਸੌਦਾ ਮਹਿੰਗਾ ਨਹੀਂ। ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਜੀ ਨੇ ਰੋਜ਼ ਸ਼ੱਕਰ ਜਿਹੜੀ ਆ ਉਹ ਲਪੇਟ ਕੇ ਪੁੜੀ ਬਣਾ ਕੇ ਰੋਜ਼ ਕੋਲ ਰੱਖ ਦੇਣੀ ਤੇ ਕਹਿਣਾ, ਤੂੰ ਰੱਬ ਦਾ ਨਾਮ ਤਾਂ ਲੈ, ਦੇਖ ਜਦੋਂ ਨਾਮ ਲਏਗਾ ਉਹ ਤੈਨੂੰ ਸ਼ੱਕਰ ਦੇਵੇਗਾ। ਹੁਣ ਉਹ ਸ਼ੱਕਰ ਦਾ ਸਵਾਦ ਇੰਨਾ ਪੈ ਗਿਆ ਵੀ ਰੋਜ਼-ਰੋਜ਼ ਨਾਮ ਨੂੰ ਧਿਆਉਣਾ। ਇੱਕ ਦਿਨ ਕਹਿੰਦੇ ਐਸੀ ਅਵਸਥਾ ਆ ਗਈ ਕਿ ਉਹ ਸ਼ੱਕਰ ਉਵੇਂ ਦੀ ਉਵੇਂ ਹੀ ਪਈ ਹੈ, ਪਰ ਅੱਜ ਉਸ ਸ਼ੱਕਰ ਨੂੰ ਖਾਣ ਨੂੰ ਮਨ ਨਹੀਂ ਕਰਦਾ। ਪੁੱਛਿਆ ਵੀ ਅੱਜ ਸ਼ੱਕਰ ਸਵਾਦ ਨਹੀਂ ਲੱਗੀ? ਤੁਹਾਨੂੰ ਤਾਂ ਬਚਪਨ ਤੋਂ ਹੀ ਸ਼ੱਕਰ ਬੜੀ ਸਵਾਦ ਲੱਗਦੀ ਹੈ, ਬੜੀ ਮਿੱਠੀ ਲੱਗਦੀ ਹੈ, ਬੜਾ ਇਹਦੇ ਵਿੱਚੋਂ ਤੁਹਾਨੂੰ ਸਵਾਦ ਆਉਂਦਾ ਹੈ, ਤੇ ਅੱਜ ਇਹਦੇ ਵੱਲ ਵੇਖਿਆ ਵੀ ਕਿਉਂ ਨਹੀਂ? ਬਾਬਾ ਫਰੀਦ ਸਾਹਿਬ ਕਹਿੰਦੇ ਅੱਜ ਇਹਦੇ ਨਾਲੋਂ ਵੀ ਵੱਧ ਰਸ ਮੈਨੂੰ ਮਿਲ ਗਿਆ, ਇਹਦੇ ਨਾਲੋਂ ਵੀ ਵੱਧ ਮਿੱਠਾ ਪਦਾਰਥ ਮੈਨੂੰ ਮਿਲ ਗਿਆ। ਉਹ ਮਿਠਾਸ ਮੈਨੂੰ ਮਿਲ ਗਈ ਜਿਹੜੀ ਮਿਠਾਸ ਇਸ ਸ਼ੱਕਰ ਦੇ ਵਿੱਚ ਵੀ ਨਹੀਂ ਹੈ। ਮੈਂ ਉਹ ਰਸ ਪੀ ਲਿਆ, ਉਹ ਰਸ ਚੱਖ ਲਿਆ, ਜਿਹਨੂੰ ਚੱਖਣ ਤੋਂ ਬਾਅਦ ਪਤਾ ਲੱਗਾ ਦੁਨੀਆ ਦੇ ਜਿੰਨੇ ਵੀ ਪਦਾਰਥ ਮਿੱਠੇ ਨੇ ਉਹ ਸਾਰੇ ਦੇ ਸਾਰੇ ਇਹਦੇ ਅੱਗੇ ਫਿੱਕੇ ਪੈ ਜਾਂਦੇ ਆ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮੱਖਿਓਂ ਮਾਝਾ ਦੁੱਧ, ਇਹ ਸਾਰੇ ਪਦਾਰਥ ਮਿੱਠੇ ਨੇ, ਇਹ ਸਾਰੇ ਹੀ ਮਿਠਾਸ ਵਾਲੇ ਨੇ। ਮੱਖਿਓਂ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ, ਰੱਬ ਨ ਪੂਜਣ ਤੁਧ। ਕਹਿੰਦੇ ਸਾਰੀਆਂ ਮਿੱਠੀਆਂ ਨੇ, ਪਰ ਜਿਹੜਾ ਹੁਣ ਮੈਨੂੰ ਰਸ ਮਿਠਾਸ ਵਾਲਾ ਨਾਮ ਵਿੱਚੋਂ ਮਿਲ ਗਿਆ ਨਾ, ਇਹ ਸਾਰੀ ਜਿੰਨੇ ਵੀ ਮਿਠਾਸ ਵਾਲੇ ਪਦਾਰਥ ਇਹ ਹੁਣ ਰੱਬ ਨਾ ਪੂਜਣ ਤੁਧ। ਪੂਜਣ ਦਾ ਅਰਥ ਹੈ ਬਰਾਬਰ। ਹੁਣ ਆਹ ਰਸ ਦੇ ਬਰਾਬਰ ਆਹ ਰਸ ਨਹੀਂ ਪਹੁੰਚ ਸਕਦੇ। ਹਜੇ ਅਸੀਂ ਉਹ ਰਸ ਮਾਣਿਆ ਨਹੀਂ। ਜਿਨ੍ਹਾਂ ਨੇ ਮਾਣਿਆ ਮੁਬਾਰਕ ਹੈ। ਹਜੇ ਅਸੀਂ ਬਾਹਰ ਦੇ ਰਸ ਵਿੱਚ ਹੀ ਗਲਤਾਨ ਹੋਏ ਪਏ ਹਾਂ। ਹਜੇ ਅਸੀਂ ਉਹ ਇਹ ਵੀ ਧਿਆਨ ਰੱਖਣਾ, ਜਿਹੜਾ ਇਹ ਰਸ ਹੈ ਇਹ ਮਨ ਨੇ ਮੰਨਣਾ ਹੈ, ਤੇ ਜਿਹੜੇ ਰਸ ਅਸੀਂ ਮੰਨ ਰਹੇ ਹਾਂ ਉਹ ਅਜੀਬ ਨੇ ਮੰਨਣੇ ਆ। ਤਾਂ ਹੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਸੀ, ਸਭ ਕਹਿੰਦੇ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੁਣ ਜਿਹੜੇ ਅੰਨ ਰਸ ਅਸੀਂ ਚੱਖ ਰਹੇ ਹਾਂ ਉਹ ਤ੍ਰਿਸ਼ਨਾ ਵਧਾਉਂਦੇ ਆ, ਉਹ ਪਿਆਸ ਵਧਾਉਂਦੇ ਨੇ, ਪਰ ਜਿਹੜਾ ਨਾਮ ਦਾ ਰਸ ਹੈ ਇਹ ਸਾਨੂੰ ਤ੍ਰਿਪਤ ਕਰ ਦਿੰਦਾ ਹੈ, ਇਹ ਮਨ ਨੂੰ ਸ਼ਾਂਤ ਕਰ ਦਿੰਦਾ ਹੈ, ਇਹ ਮਨ ਦੀ ਪਿਆਸ ਨੂੰ ਬੁਝਾ ਦਿੰਦਾ ਹੈ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਅਵਰ ਸਾਧ ਚੱਖ ਸਗਲੇ ਦੇਖੇ। ਸਾਰੇ ਹੀ ਸਵਾਦ ਚੱਖ ਕੇ ਦੇਖ ਲਏ, ਸਾਰੇ ਹੀ ਰਸ ਚੱਖ ਕੇ ਦੇਖ ਲਏ। ਮਨ, ਹੇ ਮੇਰੇ ਮਨ, ਹਰ ਰਸ ਸਭ ਤੇ ਮਿੱਠਾ ਜੀਓ। ਜਿਹੜਾ ਪਰਮੇਸ਼ਵਰ ਦੇ ਨਾਮ ਦਾ ਰਸ ਹੈ ਇਹ ਸਭ ਤੇ ਮਿੱਠ, ਸਾਰਿਆਂ ਨਾਲੋਂ ਜ਼ਿਆਦਾ ਮਿੱਠਾ ਹੈ, ਸਭ ਤੋਂ ਵੱਧ ਇਹਦੇ ਵਿੱਚ ਮਿਠਾਸ ਹੈ। ਪਰ ਜਿੱਦਣ ਚੱਖ ਲਾਂਗੇ ਪਤਾ ਉਸ ਦਿਨ ਲੱਗਣਾ ਹੈ। ਇਹ ਗੂੰਗੇ ਦੀ ਮਠਿਆਈ ਵਾਲਾ ਰਸ ਹੈ ਕਿ ਜੇ ਚੱਖ ਲਿਆ ਤੇ ਮੁੜ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਤੁਸੀਂ ਸ਼ਹਿਦ ਦਾ ਸਵਾਦ ਦੱਸ ਸਕਦੇ ਹੋ, ਖੰਡ ਦਾ ਸਵਾਦ ਦੱਸ ਸਕਦੇ ਹੋ,
ਸ਼ੱਕਰ ਦਾ ਸਵਾਦ ਦੱਸ ਸਕਦੇ ਹੋ, ਦੁੱਧ ਦਾ ਸਵਾਦ, ਜਿੰਨੇ ਮਿੱਠੇ ਪਦਾਰਥ ਨੇ ਸਾਰਿਆਂ ਦੇ ਸਵਾਦ ਦੱਸੇ ਜਾ ਸਕਦੇ ਆ। ਪਰ ਜਿਹੜਾ ਆਹ ਰਸ ਹੈ ਨਾ, ਇਹਦਾ ਜਿਸ ਦਿਨ ਸਵਾਦ ਆ ਗਿਆ ਉਸ ਦਿਨ ਦੱਸਿਆ ਨਹੀਂ ਜਾਣਾ। ਜਿਨ ਇਹ ਚਾਖੀ ਸੋਈ ਜਾਣੇ, ਗੂੰਗੇ ਕੀ ਮਠਿਆਈ। ਉਸ ਦਿਨ ਸਾਡੀ ਅਵਸਥਾ ਇਹ ਹੋ ਜਾਣੀ ਹੈ। ਸਭ ਕਹਿੰਦੇ ਆਨ ਰਸਾ ਜੇਤੇ ਤੈ ਚਾਖੈ, ਨਿਮਕ ਨਾ ਤ੍ਰਿਸ਼ਨਾ ਤੇਰੀ ਲੱਥ ਹੈ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਇਹ ਰਸ ਸਾਨੂੰ ਬਿਸਮਾਦ ਵਿੱਚ ਲੈ ਜਾਏਗਾ। ਇਸ ਲਈ ਮਹਾਰਾਜ ਕਹਿੰਦੇ ਨੇ ਮਨ ਹਰ ਰਸ ਸਭ ਤੇ ਮੀਠਾ ਜੀਓ। ਮਨ ਪਰਮੇਸ਼ਵਰ ਦਾ ਨਾਮ ਰਸ ਸਭ ਤੋਂ ਮਿੱਠਾ ਹੈ। ਇਸ ਤੋਂ ਵੱਧ ਮਿਠਾਸ ਹੋਰ ਕਿਸੇ ਵੀ ਰਸ ਦੇ ਵਿੱਚ ਨਹੀਂ ਹੈ। ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਵੈ ਜੋ ਨਾਮ ਰਸ ਪਾਵੈ। ਨਾਮ ਨਿਧਾਨ ਤਿਸਹਿ ਪ੍ਰਾਪਤ, ਜਿਸ ਸ਼ਬਦ ਗੁਰੂ ਮਨ ਬੂਠਾ ਜੀਓ। ਜਿਹਨੇ ਇਹ ਅੰਮ੍ਰਿਤ ਦਾ ਰਸ ਚੱਖ ਲਿਆ, ਪੀ ਲਿਆ, ਉਹ ਸਦਾ ਲਈ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਉਹਦੇ ਅੰਦਰ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਹਦੇ ਅੰਦਰ ਰੱਜ ਆ ਜਾਂਦਾ ਹੈ। ਉਹ ਕਦੇ ਵੀ ਸੰਸਾਰ ਦੇ ਵਿੱਚ ਭਟਕਦਾ ਨਹੀਂ, ਕਿਉਂਕਿ ਤ੍ਰਿਸ਼ਨਾ ਭਟਕਾਉਂਦੀ ਹੈ। ਪਰ ਜਦੋਂ ਅੰਦਰ ਬੰਦੇ ਦਾ ਮਨ ਸ਼ਾਂਤ ਹੋ ਗਿਆ, ਤ੍ਰਿਪਤ ਹੋ ਗਿਆ, ਇਹਦੀ ਭਟਕਣਾ ਮੁੱਕ ਜਾਂਦੀ ਹੈ। ਪਰ ਸਭ ਕਹਿੰਦੇ ਸਾਰੇ ਨਹੀਂ ਪੀਂਦੇ, ਜੋ ਜੋ ਜਿਹੜਾ ਜਿਹੜਾ ਜੋ ਜੋ ਪੀਵੈ ਸੋ ਤ੍ਰਿਪਤਾਵੈ। ਜਿਹੜਾ ਜਿਹੜਾ ਇਹ ਰਸ ਪੀਂਦਾ ਉਹ ਤ੍ਰਿਪਤ ਹੋ ਜਾਂਦਾ ਹੈ। ਅਮਰ ਹੋਵੈ, ਉਹ ਅਮਰ ਹੋ ਜਾਂਦਾ ਹੈ, ਭਾਵ ਉਹਦੀ ਆਤਮਕ ਮੌਤ ਨਹੀਂ ਹੁੰਦੀ। ਉਹ ਕਦੇ ਆਤਮਕ ਮੌਤੇ ਜਿਹੜਾ ਉਹ ਮਰਦਾ ਨਹੀਂ ਹੈ, ਸਦਾ ਲਈ ਅਮਰ ਹੋ ਜਾਂਦਾ ਹੈ। ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਆਖਿਆ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਤੁਸੀਂ ਲੰਮੇਰੇ ਸਮੇਂ ਤੱਕ ਜੀ ਸਕਦੇ ਹੋ, ਸਰੀਰ ਕਰਕੇ ਨਹੀਂ, ਆਤਮਕ ਤਲ ਤੇ। ਅਸੀਂ ਸਰੀਰ ਕਰਕੇ ਤਾਂ ਜਿਉਂਦੇ ਤੁਰੇ ਫਿਰਦੇ ਹਾਂ, ਪਰ ਜ਼ਮੀਰ ਕਰਕੇ ਮਰੇ ਹੋਏ ਹਾਂ। ਜ਼ਮੀਰ ਕਰਕੇ ਸਾਡੀ ਮੌਤ ਹੋਈ ਪਈ ਹੈ। ਇਨਸਾਨ ਤਾਂ ਤੁਰੇ ਫਿਰਦੇ ਆ, ਪਰ ਇਨਸਾਨੀਅਤ ਮਰ ਚੁੱਕੀ ਹੈ। ਮਨੁੱਖ ਤਾਂ ਦੁਨੀਆ ਵਿੱਚ ਅਰਬਾਂ ਤੱਕ ਪਹੁੰਚ ਗਏ ਨੇ, ਪਰ ਮਨੁੱਖਤਾ ਵਿਰਲੇ ਵਿਰਲੇ ਵਿੱਚ ਦਿਸਦੀ ਹੈ। ਇਸ ਲਈ ਮਹਾਰਾਜ ਕਹਿੰਦੇ ਤੁਸੀਂ ਸਦਾ ਚਿਰ ਜੀ ਸਕਦੇ ਹੋ ਇਨਸਾਨੀਅਤ ਵਿੱਚ, ਮਨੁੱਖਤਾ ਵਿੱਚ, ਪਰ ਤੁਹਾਨੂੰ ਇਹ ਰਸ ਪੀਣਾ ਪਏਗਾ। ਅਮਰ ਹੋਵੈ ਜੋ ਨਾਮ ਰਸ ਪਾਵੈ। ਜਿਹਨੇ ਇਸ ਨਾਮ ਵਿੱਚੋਂ ਇਹ ਰਸ ਪਾ ਲਿਆ, ਇਸ ਰਸ ਦੀ ਪ੍ਰਾਪਤੀ ਕਰ ਲਈ। ਨਾਮ ਨਿਧਾਨ ਤਿਸੈ ਪ੍ਰਾਪਤ। ਇਹ ਨਾਮ ਦਾ ਖਜ਼ਾਨਾ ਜਿਹਦੇ ਵਿੱਚ ਰਸ ਹੀ ਰਸ ਭਰਿਆ ਪਿਆ ਹੈ, ਇਹ ਉਹਨੂੰ ਪ੍ਰਾਪਤ ਹੁੰਦਾ ਹੈ ਜਿਸ ਸ਼ਬਦ ਗੁਰੂ ਮਨ ਵੁੱਠਾ ਜੀਓ। ਜਿਹਦੇ ਮਨ ਦੇ ਵਿੱਚ, ਵੁੱਠਾ ਮੈਨੇ ਵਸ ਜਾਣਾ, ਜਿਹਦੇ ਮਨ ਵਿੱਚ ਸ਼ਬਦ ਗੁਰੂ ਵਸ ਗਿਆ। ਇਸ ਲਈ ਆਰੰਭ ਵਿੱਚ ਬਚਨ ਪੜ੍ਹੇ ਸੀ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿੰਨੇ ਅੰਮ੍ਰਿਤ ਦੇ ਰਸ ਨੇ ਗੁਰਬਾਣੀ ਵਿੱਚ ਨੇ। ਜਿਹੜੇ ਰਸ ਅਸੀਂ ਪੀ ਰਹੇ ਹਾਂ ਉਹ ਗੁਰਬਾਣੀ ਵਿੱਚ ਨਹੀਂ ਹੈ। ਨਿੰਦਾ ਵਾਲਾ, ਚੁਗਲੀ ਵਾਲਾ, ਬੁਰਿਆਈ ਵਾਲਾ, ਨਸ਼ਿਆਂ ਵਾਲਾ, ਇਹ ਜਿੰਨੇ ਵਿਕਾਰਾਂ ਦੇ ਰਸ ਨੇ ਇਹ ਗੁਰਬਾਣੀ 'ਚ ਨਹੀਂ। ਗੁਰਬਾਣੀ 'ਚ ਅੰਮ੍ਰਿਤ ਦਾ ਰਸ ਹੈ, ਜਿਹਨੂੰ ਪੀਣ ਦੇ ਨਾਲ ਅਸੀਂ ਕਿਸੇ ਦੀ ਨਿੰਦਾ ਨਹੀਂ ਕਰ ਸਕਾਂਗੇ, ਬੁਰਿਆਈ ਨਹੀਂ ਕਰ ਸਕਾਂਗੇ, ਕੋਈ ਵੀ ਮਾੜੇ ਪਦਾਰਥ ਦਾ ਰਸ ਨਹੀਂ ਅਸੀਂ ਪੀ ਸਕਾਂਗੇ ਜਿਸ ਦਿਨ ਆਹ ਰਸ ਸਾਨੂੰ ਪੀਣ ਦੀ ਜਾਚ ਆ ਗਈ। ਇਸ ਲਈ ਸਾਹਿਬ ਕਹਿੰਦੇ ਇਹ ਨਾਮ ਦਾ ਖਜ਼ਾਨਾ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਸ ਸ਼ਬਦ ਗੁਰੂ ਮਨ ਵੁੱਠਾ ਜੀਓ। ਆ ਸ਼ਬਦ ਗੁਰੂ ਜਿਹਦੇ ਮਨ ਵਿੱਚ ਵਸ ਜਾਂਦਾ ਹੈ। ਸ਼ਬਦ
ਗੁਰੂ ਦੇ ਰੂਪ ਵਿੱਚ ਹੈ, ਜਿਹਦੇ ਮਨ ਵਿੱਚ ਵਸ ਗਿਆ, ਉਹਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹਿ ਡੁਲਾਨਾ, ਤਿਸਹਿ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਪਾਗੀਠਾ ਜਿਉ। ਧੰਨ ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ। ਜਿਨ ਹਰ ਰਸ ਪਾਇਆ, ਜਿਸ ਨੇ ਹਰੀ ਦੇ ਨਾਮ ਦਾ ਰਸ ਪਾ ਲਿਆ, ਸੋ ਤ੍ਰਿਪਤ ਅਘਾਨਾ, ਤ੍ਰਿਪਤ ਵੀ ਹੋ ਗਿਆ ਤੇ ਅਘਾਨਾ ਮਤਲਬ ਰੱਜ ਵੀ ਗਿਆ ਅੰਦਰੋਂ। ਉਹ ਫਿਰ ਕਿਸੇ ਹੋਰ ਰਸ ਵੱਲ ਮੂੰਹ ਨਹੀਂ ਕਰਦਾ। ਜਦੋਂ ਇਹ ਰਸ ਦੀ ਗੱਲ ਆਵੇ ਨਾ, ਉਦੋਂ ਹੱਥ ਜੋੜ ਕੇ ਇਹੀ ਬੇਨਤੀ ਕਰੀਦੀ ਆ, ਕਰਦੇ ਵੀ ਰਹਿਣਾ, ਕਿ ਅਸੀਂ ਜਦੋਂ ਗੁਰਬਾਣੀ ਦਾ ਰਸ ਸਾਨੂੰ ਮਿਲਦਾ ਹੋਵੇ, ਜਾਂ ਕੋਈ ਜਿਵੇਂ ਕੀਰਤਨ ਹੈ, ਗੁਰਬਾਣੀ ਕਥਾ ਵਿਚਾਰ ਹੈ, ਗੁਰਬਾਣੀ ਦਾ ਪਾਠ ਹੈ, ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਦਰ 'ਤੇ ਆਈਏ ਤਾਂ ਸਾਡੇ ਮਨ ਵਿੱਚ ਇੱਕੋ ਹੀ ਖਿਆਲ ਹੋਣਾ ਚਾਹੀਦਾ ਵੀ ਮੈਂ ਗੁਰਬਾਣੀ ਦਾ ਰਸ ਲੈਣਾ, ਮੈਂ ਨਾਮ ਦਾ ਰਸ ਲੈਣਾ। ਪਰ ਹੋਇਆ ਕਿ ਬਾਹਰ ਹੀ ਇੰਨੇ ਪਦਾਰਥਾਂ ਦੇ ਸਟਾਲ ਲਾ ਦਿੱਤੇ ਗਏ, ਉਹਦੇ ਵਿੱਚ ਹੀ ਅਸੀਂ ਉਲਝ ਕੇ ਰਹਿ ਗਏ ਵੀ ਆਹ ਰਸ ਲੈ ਲਵਾਂ, ਆਹ ਲੈ ਲਵਾਂ, ਆਹ ਲੈ ਲਵਾਂ, ਆਹ ਲੈ ਲਾਂ। ਬਸ ਉਹ ਰਸ ਵਿੱਚ ਹੀ ਇੰਨੇ ਉਲਝ ਗਏ, ਜਿਹੜਾ ਅੰਦਰ ਰਸ ਵੰਡਿਆ ਜਾ ਰਿਹਾ ਸੀ ਉੱਥੇ ਤੱਕ ਤੇ ਪਹੁੰਚ ਹੋ ਹੀ ਨਾ ਪਾਈ। ਬਾਹਰ ਦੇ ਰਸ ਚੱਖਦੇ ਇੱਥੇ ਤੱਕ ਜਦੋਂ ਆਏ, ਆਹ ਰਸ ਤੱਕ ਸਾਡੀ ਪਹੁੰਚ ਹੀ ਨਹੀਂ ਬਣੀ। ਜਾਂ ਫਿਰ ਇਹ ਰਸ ਜਿਹੜਾ ਲੈਣਾ ਸੀ, ਉਹ ਰਸ ਅਸੀਂ ਲੈ ਹੀ ਨਹੀਂ ਪਾਏ। ਕਿਉਂ? ਕਿਉਂਕਿ ਬੈਠਦਿਆਂ ਸਾਰ ਤਾਂ ਆਲਸ ਨੇ ਘੇਰ ਲਿਆ। ਜਦੋਂ ਆਲਸ ਨੇ ਘੇਰ ਲਿਆ ਤੇ ਫਿਰ ਇਹ ਰਸ ਕਿੱਥੇ ਪੀਤਾ ਜਾਣਾ ਸੀ? ਇਹ ਰਸ ਫਿਰ ਜਿਹੜਾ ਵੰਡਿਆ ਜਾ ਰਿਹਾ ਸੀ, ਇਹ ਰਸ ਪੀਤਾ ਕੋਈ ਨਾ ਗਿਆ। ਵੰਡਿਆ ਸੀ ਜਿਹੜੇ ਭਾਗਾਂ ਵਾਲੇ ਸਨ, ਉਹਨਾਂ ਨੇ ਇਹ ਰਸ ਲੈ ਲਿਆ, ਪਰ ਜਿਹਦੇ ਭਾਗ ਨਹੀਂ ਸੀ ਜਾਗੇ, ਬਾਹਰ ਦੇ ਰਸ ਹੀ ਚੱਖ ਕੇ ਆਇਆ ਤੇ ਉਹ ਆਉਂਦਿਆਂ ਐਸਾ ਆਲਸ ਬਣਿਆ ਕਿ ਆਇਆ ਤਾਂ ਸੀ ਪਰ ਦੁਨੀਆ ਦੇ ਰਸ ਚੱਖ ਕੇ ਚਲਾ ਗਿਆ, ਨਾਮ ਦਾ ਰਸ ਲੈ ਹੀ ਨਹੀਂ ਸਕਿਆ। ਜਾਂ ਦੂਸਰੀ ਵਿਚਾਰ, ਰੋਜ਼ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਹੁੰਦੇ ਆ। ਜਦੋਂ ਪ੍ਰਕਾਸ਼ਮਾਨ ਹੁੰਦੇ ਆ ਤੇ ਸਾਹਿਬ ਜੀ ਉਸੇ ਵੇਲੇ ਹੋਕਾ ਦੇਣ ਲੱਗ ਜਾਂਦੇ ਆ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ। ਸਿਰ ਬਾਣੀ ਅੰਮ੍ਰਿਤ ਵੇਲਾ ਹੁੰਦਿਆਂ ਸਾਰ ਇਹ ਰਸ ਜਿਹੜਾ ਵਰਤਣਾ ਸ਼ੁਰੂ ਹੋ ਜਾਂਦਾ ਹੈ। ਹਰ ਗੁਰੂ ਘਰ ਦੇ ਵਿੱਚ ਇਹ ਰਸ ਵਰਤਣਾ ਸ਼ੁਰੂ ਹੋ ਜਾਂਦਾ ਹੈ, ਗੁਰੂ ਦੇ ਸਾਹਿਬ ਦੇ ਹੁਕਮ ਦੇ ਰੂਪ ਵਿੱਚ, ਫਿਰ ਨਿਤਨੇਮ ਦੇ ਰੂਪ ਵਿੱਚ, ਫਿਰ ਆਸਾ ਕੀ ਵਾਰ ਦੇ ਕੀਰਤਨ ਦੇ ਰੂਪ ਵਿੱਚ, ਫਿਰ ਗੁਰਬਾਣੀ ਕਥਾ ਵਿਚਾਰ ਦੇ ਰੂਪ ਵਿੱਚ, ਫਿਰ ਗੁਰਬਾਣੀ ਪਾਠ ਦੇ ਰੂਪ ਵਿੱਚ ਇਹ ਰਸ ਵਰਤਣਾ ਸ਼ੁਰੂ ਹੋ ਜਾਂਦਾ ਹੈ। ਪਰ ਭਾਗਾਂ ਵਾਲੇ ਨੇ ਜਿਹੜੇ ਇਸ ਰਸ ਤੱਕ ਪਹੁੰਚ ਪਾਉਂਦੇ ਆ। ਜੇ ਕਿਤੇ ਨਸ਼ੇ ਵਾਲਾ ਰਸ ਸਸਤਾ ਕਿਤੇ ਵਿਕਣ ਲੱਗ ਜਾਏ ਨਾ, ਵੀ ਉੱਥੇ ਮੇਨ ਪਲੇਟ ਤੇ ਲਿਖ ਦਿੱਤਾ ਜਾਵੇ ਵੀ ਅੱਜ ਆ ਰਸ ਬੜਾ ਹੀ ਸਸਤਾ ਵਿਕਣਾ ਹੈ ਤੇ ਆ ਕੇ ਇਹ ਰਸ ਲੈ ਲਓ, ਦੇਖੋ ਕਿਦਾਂ ਭੀੜਾਂ ਤੇ ਭੀੜਾਂ ਲੱਗਦੀਆਂ, ਕਿਵੇਂ ਧੱਕੇ ਤੇ ਧੱਕੇ ਵੱਜਦੇ ਆ। ਬੰਦਾ ਇੱਕ ਦੂਜੇ ਤੋਂ ਉੱਪਰ ਟੱਪ ਕੇ ਲੰਘਣਾ ਚਾਹੁੰਦਾ ਹੈ ਵੀ ਆਹ ਜਿਹੜਾ ਸਸਤਾ ਰਸ ਦੇ ਰਿਹਾ ਇਹ ਮੈਂ ਪਹਿਲਾਂ ਲੈ ਲਵਾਂ। ਤੇ ਕਬੀਰ ਸਾਹਿਬ ਕਹਿੰਦੇ ਹੈਰਾਨੀ ਹੁੰਦੀ ਹੈ। ਕਬੀਰ ਸਾਹਿਬ ਕਹਿੰਦੇ ਮੈਂ ਰੋਜ਼ ਕਹੀ ਜਾਨਾ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਆਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ, ਪ੍ਰਾਨ ਜਾਏਂਗੇ ਛੂਟ। ਇੱਥੇ ਲੋਕ ਭੱਜ ਕੇ ਕੋਈ ਨਹੀਂ ਆਉਂਦੇ, ਇੱਥੇ ਇਹ ਰਾਹ ਵਿੱਚ ਕੋਈ, ਹੁਣ ਆਪਾਂ ਘਰੋਂ ਚੱਲੇ ਆ, ਆਏ ਤਾਂ ਇੱਥੇ ਰਸ ਪੀਣ ਵਾਸਤੇ ਹੀ ਆ ਨਾ। ਤੇ ਜੇ ਸਾਨੂੰ ਰਾਹ ਵਿੱਚ ਕੋਈ ਮਿਲ ਜਾਏ ਤੇ ਉਹ ਕਵੇ ਵੀ 10-15 ਮਿੰਟ ਤੂੰ ਮੇਰੇ ਨਾਲ ਰੁਕ ਕੇ ਗੱਲਾਂ ਕਰ,
ਜਾਂ ਆਪਾਂ ਫਲਾਣੀ ਜਗ੍ਹਾ ਚੱਲਦੇ ਆਂ, ਅਸੀਂ ਹੱਥ ਜੋੜ ਕੇ ਕਵਾਂਗੇ ਵੀ ਭਰਾਵਾ ਮਾਫ ਕਰ, ਮੈਂ ਤੇ ਇਸ ਵੇਲੇ ਨਾਮ ਦਾ ਰਸ ਲੈਣ ਚੱਲਿਆ। ਤੇ ਜੇ ਮੈਂ ਤੇਰੇ ਕੋਲ ਖਲੋ ਕੇ 5 10 15 ਮਿੰਟ ਗਵਾ ਲਏ ਤੇ ਉਧਰੋਂ ਨਾਮ ਦੇ ਰਸ ਤੋਂ ਵਾਂਝਾ ਰਹਿ ਜਾਵਾਂਗਾ। ਫਿਰ ਪਾਛੇ ਪਛਤਾਹੋਗੇ ਪ੍ਰਾਣ ਜਾਹੇਂਗੇ ਛੂਟ। ਤੇ ਜੇ ਮੇਰੇ ਪ੍ਰਾਣ ਹੀ ਨਾ ਰਹੇ ਤੇ ਫਿਰ ਮੈਂ ਰਸ ਤੱਕ ਪਹੁੰਚਿਆ ਨਾ, ਫਿਰ ਖਾਲੀ ਰਹਿ ਜਾਵਾਂਗਾ। ਇਸ ਵੇਲੇ ਮੈਂ ਨਾਮ ਦਾ ਰਸ ਲੈਣਾ ਤੇ ਕੇਵਲ ਨਾਮ ਦਾ ਰਸ ਲੈਣ ਦੇ। ਜੇ ਕੋਈ ਸੰਗਤ ਵਿੱਚ ਬੈਠ ਕੇ ਦੁਨਿਆਵੀ ਗੱਲਾਂ ਬਾਰ-ਬਾਰ ਛੇੜੀ ਜਾਵੇ, ਉਹਨੂੰ ਹੱਥ ਜੋੜ ਕੇ ਕਹਿ ਦਿਓ ਵੀ ਮੈਂ ਇਸ ਦਰ ਉੱਤੇ ਨਾਮ ਦਾ ਰਸ ਪੀਣ ਲਈ ਆਇਆ, ਮੈਨੂੰ ਕੇਵਲ ਨਾਮ ਦਾ ਰਸ ਪੀ ਲੈਣ ਦਿਓ। ਮੈਂ ਦੁਨਿਆਵੀ ਗੱਲਾਂ ਕਰਨ ਵਾਸਤੇ, ਦੁਨੀਆ ਦਾ ਰਸ ਤੇ ਸਾਰੀ ਦਿਹਾੜੀ ਪਈ ਹੈ ਪੀਣ ਵਾਸਤੇ, ਪਰ ਕੁਝ ਸਮਾਂ ਮੈਨੂੰ ਮਿਲਿਆ ਹੈ ਨਾਮ ਦਾ ਰਸ ਪੀਣ ਲਈ, ਕਿਉਂਕਿ ਇਹ ਰਸ ਨੇ ਮੇਰੇ ਦੁੱਖ ਤੇ ਮੇਰੇ ਰੋਗ ਕੱਟ ਦੇਣੇ ਆ। ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਨਾਮ ਦਾ ਰਸ ਪੀ ਲੈਂਦਾ, ਪਾ ਲੈਂਦਾ, ਉਹ ਤ੍ਰਿਪਤ ਹੋ ਜਾਂਦਾ ਤੇ ਅੰਦਰੋਂ ਰੱਜ ਆ ਜਾਂਦਾ ਹੈ। ਜਿਨ ਹਰ ਸਾਧ ਪਾਇਆ ਸੋ ਨਾਹੀਂ ਡੁਲਾਨਾ। ਉਹ ਡੋਲਦਾ ਵੀ ਨਹੀਂ, ਮਨ ਕਰਕੇ ਨਹੀਂ ਡੋਲਦਾ, ਤਨ ਕਰਕੇ ਨਹੀਂ ਡੋਲਦਾ, ਅਡੋਲ ਹੋ ਜਾਂਦਾ ਹੈ। ਜਿਹੜਾ ਇਹ ਨਾਮ ਦਾ ਰਸ ਪਾ ਲੈਂਦਾ ਹੈ ਉਹਦਾ ਮਨ ਕਦੇ ਚਿੰਤਾ ਵਿੱਚ ਨਹੀਂ ਡੋਲਦਾ, ਉਹਦਾ ਮਨ ਕਦੇ ਫਿਕਰ ਨਹੀਂ ਕਰਦਾ, ਉਹਦਾ ਮਨ ਕਦੇ ਡਿਪਰੈਸ਼ਨ ਦੇ ਵਿੱਚ ਨਹੀਂ ਜਾਂਦਾ। ਜਿਹੜੇ ਨਿਤ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਕੇ ਰਸ ਪੀਂਦੇ ਆ, ਉਹ ਸਾਰਾ ਦਿਨ ਅਡੋਲ ਰਹਿੰਦੇ ਨੇ। ਜਿੰਨੀ ਮਰਜ਼ੀ ਕੋਈ ਮੁਸੀਬਤ ਆ ਜਾਏ, ਦੁੱਖ ਦੀ ਘੜੀ ਆ ਜਾਏ, ਉਹ ਡੋਲਦੇ ਨਹੀਂ, ਲੜ ਖੜਾਉਂਦੇ ਹੀ ਨਹੀਂ, ਕਿਉਂਕਿ ਉਹਨਾਂ ਨੇ ਅੰਮ੍ਰਿਤ ਵੇਲੇ ਨਾਮ ਦਾ ਰਸ ਪੀਤਾ ਹੈ। ਉਹ ਰਸ ਉਹਨਾਂ ਨੂੰ ਡੋਲਣ ਹੀ ਕੋਈ ਨਹੀਂ ਦਿੰਦਾ। ਜਦੋਂ ਵੀ ਗੱਲ ਇਸ ਤਰ੍ਹਾਂ ਦੀ ਆਵੇ ਤੇ ਇਹ ਵੀ ਜ਼ਿਕਰ ਕੀਤਾ ਕਿ ਧੰਨ ਨੇ ਉਹ ਮਾਵਾਂ ਜਿਨ੍ਹਾਂ ਦੇ ਬੱਚਿਆਂ ਦੇ ਟੁਕੜੇ ਗਲ ਵਿੱਚ ਪਏ ਹੋਏ ਨੇ, ਝੋਲੀ ਵਿੱਚ ਪਏ ਆ, ਪਰ ਫਿਰ ਵੀ ਉਹ ਡੋਲ ਨਹੀਂ ਰਹੀਆਂ, ਫਿਰ ਵੀ ਉਹ ਘਬਰਾ ਨਹੀਂ ਰਹੀਆਂ, ਫਿਰ ਵੀ ਅੰਦਰੋਂ ਪਰੇਸ਼ਾਨ ਨਹੀਂ, ਫਿਰ ਵੀ ਡਿਪਰੈਸ਼ਨ ਦੇ ਵਿੱਚ ਨਹੀਂ। ਉਹ ਅੰਦਰੋਂ ਖਿੜੀਆਂ ਹੋਈਆਂ ਨੇ ਸਾਡੀਆਂ ਮਾਵਾਂ, ਜਿਨ੍ਹਾਂ ਦੀ ਝੋਲੀ ਵਿੱਚ ਬੱਚਿਆਂ ਦੇ ਟੁਕੜੇ ਕਰਕੇ ਪਾਤੇ। ਕਿਉਂ? ਕਿਉਂਕਿ ਉਹਨਾਂ ਨੇ ਨਾਮ ਰਸ ਪਾ ਲਿਆ ਹੋਇਆ ਹੈ, ਉਹਨਾਂ ਨੇ ਨਾਮ ਦਾ ਰਸ ਪੀਤਾ ਹੋਇਆ ਹੈ, ਜਿਹੜਾ ਉਹਨਾਂ ਨੂੰ ਡੋਲਣ ਨਹੀਂ ਦੇ ਰਿਹਾ। ਅਸੀਂ ਤੇ ਵਧੀਆ ਖਾਂਦੇ ਆ, ਵਧੀਆ ਪੀਂਦੇ ਆ, ਫਿਰ ਵੀ ਡੋਲਦੇ ਰਹਿੰਦੇ ਆ, ਫਿਰ ਵੀ ਘਬਰਾਉਂਦੇ ਰਹਿੰਦੇ ਆ। ਸਾਹਿਬ ਕਹਿੰਦੇ ਤੂੰ ਆਹ ਰਸ ਪੀ ਕੇ ਵੇਖ, ਇਹ ਤੈਨੂੰ ਕਦੇ ਡੋਲਣ ਹੀ ਨਹੀਂ ਦੇਗਾ। ਜਿਹੜੇ ਨਸ਼ੇ ਦਾ ਰਸ ਪੀਂਦੇ ਆ ਉਹ ਤਾਂ ਥਾਂ ਥਾਂ ਤੇ ਡੋਲਦੇ ਆ, ਥਾਂ ਥਾਂ ਤੇ ਲੜਕਦੇ, ਕਹਿ ਲਓ ਕਿ ਇਸ ਤਰ੍ਹਾਂ ਲੜ ਖੜਾਉਂਦੇ ਨੇ ਕਿ ਕਈ ਵਾਰ ਤਾਂ ਨਾਲੀ ਚਿੱਕੜ ਵਿੱਚ ਵੀ ਡਿੱਗੇ ਹੋਏ ਪਏ ਮਿਲਦੇ ਨੇ। ਐਸੇ ਹਾਲਤ ਉਹਨਾਂ ਦੀ ਮਾੜੀ ਹੁੰਦੀ ਆ ਵੀ ਵੇਖਣ ਨੂੰ ਦਿਲ ਨਹੀਂ ਕਰਦਾ। ਕਿਉਂ? ਕਿਉਂਕਿ ਉਹ ਐਸਾ ਲੜ ਖੜਾਏ, ਐਸਾ ਡੋਲੇ, ਪੈਰ ਫਿਸਲਿਆ ਤੇ ਨਾਲੀ ਚਿੱਕੜ ਵਿੱਚ ਜਾ ਡਿੱਗੇ। ਐਸਾ ਡਿੱਗੇ ਵੀ ਅੰਦਰੋਂ ਤਾਂ ਚਿੱਕੜ ਨਾਲ ਭਰੇ ਹੀ ਭਰੇ ਸੀ, ਬਾਹਰੋਂ ਵੀ ਉਹਨਾਂ ਦਾ ਹੱਥ ਪੈਰ ਮੂੰਹ ਚਿੱਕੜ ਨਾਲ ਭਰ ਗਿਆ। ਫਿਰ ਇਹੋ ਜਿਹੇ ਰਸ ਪੀਣ ਦਾ ਕੀ ਲਾਭ ਹੈ? ਜਿਹਨੂੰ ਪੀਣ ਦੇ ਨਾਲ ਸਾਡੀ ਮੱਤ ਮਰੀ ਜਾਏ, ਜਿਹਨੂੰ ਪੀਣ ਦੇ ਨਾਲ ਸਾਨੂੰ ਆਪਣੇ ਪਰਾਏ ਦੀ ਪਛਾਣ ਹੀ ਭੁੱਲ ਜਾਏ, ਜਿਹਨੂੰ ਪੀਣ ਦੇ ਨਾਲ ਸਾਡੀਆਂ ਵਾਸ਼ਨਾਵਾਂ ਅੰਦਰ ਜਾਗਣ, ਸਾਨੂੰ ਇਹੋ ਜਿਹੇ ਰਸ ਦੀ ਲੋੜ ਨਹੀਂ। ਸਾਨੂੰ ਉਹ ਰਸ ਪੀਣਾ ਜਿਹਨੂੰ ਪੀਣ ਨਾਲ ਆਪਣੇ ਪਰਾਏ ਦੀ ਪਛਾਣ ਭੁੱਲੇ ਨਾ, ਸਗੋਂ ਚੇਤੇ ਆ ਜਾਏ ਵੀ ਇਹ ਮੇਰਾ ਆਪਣਾ ਹੈ। ਜਿਸ ਰਸ ਨੂੰ ਪੀਣ ਨਾਲ ਮਤ ਮਰੇ ਨਾ, ਸਗੋਂ ਮਤ ਜਿਉਂਦੀ ਹੋ ਜਾਏ। ਜਿਸ ਰਸ ਨੂੰ ਪੀਣ ਦੇ ਨਾਲ ਅਸੀਂ ਡੋਲੀਏ, ਲੜ ਖੜਾਈਏ ਨਾ, ਸਗੋਂ ਅਡੋਲ ਹੋ ਜਾਈਏ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ, ਜਿਤ ਪੀਤੈ ਮਤ ਦੂਰ ਹੋਏ। ਇਹ ਵੀ ਰਸ ਹੀ ਹੈ। ਜਿਹਨੂੰ ਪੀਣ ਨਾਲ ਮਤ ਦੂਰ ਹੋ ਗਈ, ਅਕਲ ਤੇ ਪਰਦਾ ਪੈ ਗਿਆ, ਆਪਣਾ ਪਰਾਇਆ ਭੁੱਲ ਗਿਆ। ਜਿਤ ਪੀਤੈ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਉਹਨੂੰ ਦੁਨੀਆ ਵੱਲੋਂ ਵੀ ਧੱਕੇ ਮਿਲਦੇ ਆ, ਉਹਨੂੰ ਮਾਲਕ ਦੇ ਘਰ ਵਿੱਚੋਂ ਵੀ ਧੱਕੇ ਮਿਲਦੇ ਆ।
ਤੇ ਜਿਹਨੂੰ ਦੋਵੇਂ ਪਾਸੇ ਤੋਂ ਧੱਕੇ ਮਿਲਣ ਉਹਨੂੰ ਕੀ ਕਹਿੰਦੇ ਆ? ਲੋਕ ਗਇਓ ਪਰਲੋਕ ਗਵਾਇਓ। ਉਹਨੇ ਲੋਕ ਵੀ ਗਵਾ ਲਿਆ, ਪਰਲੋਕ ਵੀ ਗਵਾ ਲਿਆ। ਜਿਹਨੂੰ ਕਹਿੰਦੇ ਆ ਨਾ ਘਰ ਦਾ ਰਿਹਾ ਨਾ ਘਾਟ ਦਾ। ਇਸ ਲਈ ਮਹਾਰਾਜ ਕਹਿੰਦੇ ਤੂੰ ਜੇ ਮਾਲਕ ਦੀਆਂ ਖੁਸ਼ੀਆਂ ਲੈਣਾ ਚਾਹੁੰਦਾ ਫਿਰ ਆ ਨਾਮ ਦਾ ਰਸ ਪੀਆ ਕਰ, ਇਹ ਤੈਨੂੰ ਡੋਲਣ ਨਹੀਂ ਦੇਗਾ। ਜਿਨ ਹਰ ਸਾਧ ਪਾਇਆ, ਜਿਨੇ ਇਹ ਰਸ ਚੱਖ ਕੇ ਇਹਦਾ ਸਵਾਦ ਪਾ ਲਿਆ, ਸੋ ਨਾਹੀਂ ਡੋਲਾਨਾ, ਉਹ ਕਦੇ ਵੀ ਨਹੀਂ ਡੋਲਦਾ। ਜਿੰਨਾ ਮਰਜੀ ਕੋਈ ਮੁਸੀਬਤ ਆ ਜਾਏ, ਦੁੱਖ ਆ ਜਾਏ, ਵਿਪਤਾ ਦੀ ਘੜੀ ਆ ਜਾਏ, ਉਹ ਕਦੇ ਨਹੀਂ ਡੋਲਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖੰਡੇ ਦੀ ਪੋਲ ਪਿਆਈ ਨਾ, ਜਦੋਂ ਇਹ ਅੰਮ੍ਰਿਤ ਦਾ ਰਸ ਪਿਆਇਆ ਤੇ ਨਾਲ ਇੱਕ ਵਾਅਦਾ ਵੀ ਕੀਤਾ ਮਹਾਰਾਜ ਨੇ। ਸਾਹਿਬ ਕਹਿੰਦੇ ਭਾਵਨਾ ਨਾਲ ਪੀਓ, ਕੇਵਲ ਇਹ ਦੇਖਣ ਲਈ ਨਹੀਂ ਕਿ ਇਹਦਾ ਸਵਾਦ ਕਿੱਦਾਂ ਦਾ ਹੁੰਦਾ ਹੈ, ਨਹੀਂ, ਭਰੋਸਾ ਰੱਖ ਕੇ ਆ ਅੰਮ੍ਰਿਤ ਪੀਓ। ਸੱਚ ਜਾਣਿਓ ਮੈਂ ਤੁਹਾਡੇ ਭਰੋਸਾ ਦਿਵਾਉਣਾ, 1.25 ਲੱਖ ਸੇ ਏਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਊ। ਮਹਾਰਾਜ ਕਹਿੰਦੇ ਇੰਨੀਆਂ ਮੁਸੀਬਤਾਂ ਵੀ ਤੁਹਾਡੇ ਸਾਹਮਣੇ ਆ ਜਾਣ ਪਰ ਤੁਸੀਂ ਡੋਲੋਗੇ ਨਹੀਂ ਜੇ ਆ ਅੰਮ੍ਰਿਤ ਰਸ ਪੀਤਾ ਹੋਏਗਾ ਤਾਂ। ਲੱਖਾਂ ਦੀ ਫੌਜ ਨੇ ਘੇਰਾ ਪਾ ਲਿਆ ਚਮਕੌਰ ਦੀ ਗੜੀ ਨੂੰ, ਤੇ ਜਿਹੜੇ ਅੰਦਰ ਗੁਰੂ ਕੇ ਸਿੰਘ ਮੌਜੂਦ ਨੇ ਸਾਹਿਬਜ਼ਾਦੇ, ਕੀ ਉਹ ਡੋਲ ਗਏ? ਕੀ ਉਹ ਘਬਰਾ ਗਏ? ਨਹੀਂ, ਇਹ ਲੱਖਾਂ ਦੀ ਫੌਜ ਵੇਖ ਕੇ ਵੀ ਘਬਰਾਏ ਨਾ, ਸਗੋਂ ਉਹਨਾਂ ਦੇ ਅੰਦਰ ਚਾਉ ਹੋਰ ਵੱਧ ਗਿਆ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ। ਪਰ ਉਹਨਾਂ ਨੂੰ ਚਾਉ ਹੋਰ ਚੜ ਗਿਆ, ਡੋਲਣ ਦੀ ਬਜਾਏ, ਘਬਰਾਉਣ ਦੀ ਬਜਾਏ ਹੋਰ ਚਾਉ ਉਹਨਾਂ ਅੰਦਰ ਚੜ ਗਿਆ। ਕਿਉਂ? ਕਿਉਂਕਿ ਉਹਨਾਂ ਨੇ ਆ ਰਸ ਪੀਤਾ ਹੋਇਆ ਸੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਰਸ ਦਾ ਸਵਾਦ ਜਿਹਨੇ ਪਾਇਆ, ਸੋ ਨਾਹੀਂ ਡੋਲਾਨਾ, ਉਹ ਕਦੇ ਵੀ ਡੋਲਦਾ ਨਹੀਂ ਹੈ। ਤਿਸੈ ਪ੍ਰਾਪਤ ਹਰ ਹਰ ਨਾਮਾ, ਪਰ ਇਹ ਸਾਰਿਆਂ ਨੂੰ ਵੀ ਪ੍ਰਾਪਤ ਨਹੀਂ ਹੁੰਦਾ, ਇਹ ਸਾਰਿਆਂ ਨੂੰ ਵੀ ਨਹੀਂ ਮਿਲਦਾ। ਇਹ ਨਾਮ ਦਾ ਰਸ ਕਿਹਨੂੰ ਪ੍ਰਾਪਤ ਹੁੰਦਾ ਹੈ? ਜਿਸ ਮਸਤਕ ਭਾਗੀਠਾ ਜੀਓ, ਜਿਹਦੇ ਮਸਤਕ ਦੇ ਭਾਗ ਚੰਗੇ ਹੋ ਜਾਂਦੇ ਆ। ਇਹ ਚੰਗੇ ਭਾਗਾਂ ਵਾਲੇ ਰਸ ਪੀਂਦੇ ਆ, ਮੰਦੇ ਭਾਗਾਂ ਵਾਲੇ ਇਹ ਰਸ ਪੀਓ ਹੀ ਨਹੀਂ ਸਕਦੇ। ਜਿਨ੍ਹਾਂ ਦੇ ਭਾਗ ਚੰਗੇ, ਹੁਣ ਭਾਗ ਚੰਗੇ ਕਿੱਦਾਂ ਹੋਣਗੇ? ਗੁਰੂ ਦਰ ਤੇ ਸੰਗਤ ਵਿੱਚ ਆ ਕੇ। ਅਸੀਂ ਮੰਦੇ ਭਾਗਾਂ ਵਾਲੇ ਹਾਂ, ਗੁਰੂ ਸਾਹਿਬ ਦੇ ਦਰ ਤੇ ਆਉਣਾ, ਸੰਗਤ ਕਰਾਂਗੇ, ਸੰਗਤ ਕਰਦਿਆਂ ਸਾਡੇ ਭਾਗ ਜਾਗਣਗੇ। ਜਦੋਂ ਜਾਗਣਗੇ ਫਿਰ ਇਹ ਰਸ ਪੀਤਾ ਜਾਣਾ, ਫਿਰ ਇਸ ਰਸ ਦੀ ਪ੍ਰਾਪਤੀ ਹੋਵੇਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ। ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਪਏ ਕਣੇਰੇ। ਨਾਮ ਨਿਦਾਨਾ ਗੁਰਮੁਖ ਪਾਈਐ, ਕਹੋ ਨਾਨਕ ਵਿਰਲੀ ਡੀਠਾ ਜਿਉ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਵਿੱਚ ਚੌਥੇ ਪਦੇ ਅੰਦਰ ਫਿਰ ਕਿਰਪਾ ਕਰਦੇ ਆ। ਹਰ ਇਕਸ ਹੱਥ ਆਇਆ, ਇਹ ਸਾਰਾ ਨਾਮ ਦਾ ਰਸ, ਨਾਮ ਦਾ ਖਜ਼ਾਨਾ, ਇਹ ਜਿੰਨਾ ਵੀ ਹੈ ਇੱਕ ਦੇ ਹੱਥ ਵਿੱਚ ਹੈ। ਇੱਕ ਗੱਲ ਧਿਆਨ 'ਚ ਰੱਖਿਓ, ਜਿਹੜਾ ਅੰਮ੍ਰਿਤ ਰਸ ਪੀਣਾ ਉਹ ਇੱਕ ਦੇ ਹੱਥ ਵਿੱਚ ਹੈ। ਉਹ ਇੱਕ ਦੇ ਹੱਥਾਂ ਤੋਂ ਪਤਾ ਨਹੀਂ ਅੱਗੋਂ ਕਿੰਨਿਆਂ ਨੇ ਪੀ ਲਿਆ, ਇੱਕ ਦੇ ਹੱਥਾਂ ਤੋਂ ਅੱਗੋਂ ਪਤਾ ਨਹੀਂ ਕਿੰਨੇ ਜਿਹੜੇ ਆ ਵਰਸਾਏ ਗਏ, ਕਿੰਨੇ ਉਸ ਅੰਮ੍ਰਿਤ ਰਸ ਨੂੰ ਪੀ ਕੇ ਮੁਕਤ ਹੋ ਗਏ। ਪਰ ਰਸ ਇੱਕ ਦੇ ਹੱਥਾਂ ਤੋਂ ਹੀ ਮਿਲਣਾ। ਕਈ ਹੈ ਐਸੇ ਵੀ ਜਿਹੜੇ ਸ਼ਰਬਤ ਘੋਲ ਕੇ ਵੀ ਤੁਹਾਨੂੰ ਅੰਮ੍ਰਿਤ ਦਾ ਭੁਲੇਖਾ ਪਾਈ ਜਾਂਦੇ ਆ। ਰੋਜ਼ ਪੜ੍ਹਦੇ ਹੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ, ਜਿਨ੍ਹਾਂ ਦਾ ਅੱਜ ਪੁਰਬ ਆਪਾਂ ਮਨਾ ਰਹੇ ਹਾਂ। ਰੋਜ਼ ਅੰਮ੍ਰਿਤ ਬਾਣੀ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ ਕਿ ਜਿਹੜਾ ਅੰਮ੍ਰਿਤ ਹੈ ਉਹ ਅੰਮ੍ਰਿਤ ਤੁਹਾਨੂੰ ਗੁਰੂ ਤੋਂ ਮਿਲਣਾ ਹੈ, ਉਹ ਆਮ ਇਨਸਾਨ ਤੋਂ ਨਹੀਂ ਮਿਲਣਾ।
ਉਹ ਅਧੂਰੇ ਕੋਲੋਂ ਨਹੀਂ ਮਿਲਣਾ, ਉਹ ਪੂਰੇ ਕੋਲੋਂ ਮਿਲਣਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਕਹਿੰਦੇ ਗੁਰੂ ਨੇ ਜਿਹਦੇ ਉੱਤੇ ਕਿਰਪਾ ਕੀਤੀ ਹੈ, ਉਹਨਾਂ ਨੇ ਇਹ ਨਾਮ ਦਾ ਰਸ ਪਾਇਆ। ਅਸੀਂ ਨਾਮ ਦਾ ਰਸ ਲੈਣ ਲਈ ਅਧੂਰਿਆਂ ਕੋਲ ਜਾ ਰਹੇ ਹਾਂ। ਸਾਨੂੰ ਅੱਜ ਵੀ ਗੁਰੂ ਸਾਹਿਬ ਨੇ ਇੱਕ ਸਾਡੀ ਗੱਲ ਸਮਝਾਈ, ਜਿਸ ਸ਼ਬਦ ਗੁਰੂ ਮਨ ਵੁੱਠਾ ਜਿਉ। ਸ਼ਬਦ ਗੁਰੂ ਜਿਹਦੇ ਮਨ 'ਚ ਵਸ ਗਿਆ, ਅਸੀਂ ਦੇਹਧਾਰੀ ਕੋਲ ਜਾ ਰਹੇ ਹਾਂ। ਤੇ ਫਿਰ ਗੱਲ ਤਾਂ ਰਸਤਾ ਬਦਲ ਗਿਆ। ਰਸ ਕਿੱਥੇ ਸੀ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਜਿਹੜੇ ਪੰਜ ਪਿਆਰਿਆਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਉਹ ਇਕੱਲੇ ਪਾਣੀ ਨਾਲ ਨਹੀਂ ਕੀਤਾ, ਉਹ ਗੁਰਬਾਣੀ ਦੇ ਨਾਲ ਕੀਤਾ। ਗੁਰਬਾਣੀ ਵਾਲਾ ਰਸ ਉਸ ਪਾਣੀ ਵਿੱਚ ਮਿਲਾਇਆ ਤਾਂ ਅੰਮ੍ਰਿਤ ਬਣਿਆ। ਗੁਰਬਾਣੀ ਉਹਦੇ ਵਿੱਚ ਜਿਹੜੀ ਆ, ਗੁਰਬਾਣੀ ਨੂੰ ਖੰਡੇ ਦੇ ਨਾਲ ਪਤਾਸੇ ਵੀ ਘੁਲਦੇ ਆ ਤੇ ਨਾਲ ਗੁਰਬਾਣੀ ਵੀ ਘੁਲਦੀ ਆ। ਜਦੋਂ ਪਤਾਸੇ ਤੇ ਗੁਰਬਾਣੀ ਘੁਲਦੀ ਆ ਤਾਂ ਅੰਮ੍ਰਿਤ ਉਹ ਬਣਦਾ ਜਾ ਕੇ, ਨਹੀਂ ਤੇ ਪਤਾਸੇ ਤਾਂ ਹਰ ਕੋਈ ਘੋਲ ਲੇਗਾ, ਪਰ ਉਹ ਅੰਮ੍ਰਿਤ ਰਸ ਨਹੀਂ ਬਣਨਾ। ਇਸ ਲਈ ਸਾਹਿਬ ਜੀ ਕਹਿੰਦੇ ਆ, ਹਰ ਇਕਸ ਹੱਥ ਆਇਆ। ਹੱਥ ਦੇ ਥੱਤੇ ਨੂੰ ਸਿਹਾਰੀ ਹੱਥ ਵਿੱਚ, ਇਹ ਅੰਮ੍ਰਿਤ ਦਾ ਕੁੰਟ, ਅੰਮ੍ਰਿਤ ਦਾ ਜਿਹੜਾ ਇਹ ਖਜ਼ਾਨਾ ਇੱਕ ਦੇ ਹੱਥ ਦੇ ਵਿੱਚ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿ ਲਓ, ਇੱਕ ਉਹ ਭਾਂਡਾ ਹੈ ਜਿਹਦੇ ਵਿੱਚ ਅੰਮ੍ਰਿਤ ਦਾ ਰਸ ਭਰਿਆ ਪਿਆ ਹੈ। ਇਹ ਉਹ ਥਾਲ ਹੈ ਜਿਹਦੇ ਵਿੱਚ ਅੰਮ੍ਰਿਤ ਦਾ ਭੋਜਨ ਪਰੋਸਿਆ ਪਿਆ ਹੈ। ਇਹਨੂੰ ਥਾਲ ਵੀ ਕਿਹਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਇਹ ਸਬਰ ਤੇ ਸੰਤੋਖ ਦਾ ਰਸ ਭਰਿਆ ਇਹਦੇ ਵਿੱਚ। ਗੁਰੂ ਸਾਹਿਬ ਕਹਿੰਦੇ ਇਹ ਇੱਕ ਦੇ ਹੱਥ ਵਿੱਚ ਆ। ਵਰਸਾਣੇ ਬਹੁ ਤੇਰੇ, ਅੱਗੋਂ ਪਤਾ ਨਹੀਂ ਕਿੰਨੇ ਵਰਸਾਏ ਗਏ, ਕਿੰਨਿਆਂ ਨੂੰ ਗੁਰੂ ਦੇ ਕੋਲੋਂ ਇਹ ਰਸ ਪ੍ਰਾਪਤ ਹੋ ਗਿਆ। ਤੇ ਜਿਨ੍ਹਾਂ ਨੂੰ ਇਹ ਰਸ ਪ੍ਰਾਪਤ ਹੋਇਆ, ਤਿਸ ਲਗ ਮੁਕਤ ਭਏ ਕਨੇਰੇ। ਕਨੇਰੇ ਮੈਨੇ ਬਹੁਤੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਜਿਹੜੇ ਆ ਸ਼ਬਦ ਗੁਰੂ ਨਾਲ ਆ ਕੇ ਲੱਗ ਗਏ ਦਾ ਮਤਲਬ ਜੁੜ ਗਏ। ਜਿਹੜੇ ਸ਼ਬਦ ਨਾਲ ਆ ਕੇ ਜੁੜ ਗਏ, ਪਤਾ ਹੀ ਨਹੀਂ ਕਿੰਨੇ ਨੇ ਜਿਹੜੇ ਮੁਕਤ ਹੋ ਗਏ, ਵਿਕਾਰਾਂ ਦੇ ਰਸ ਤੋਂ ਮੁਕਤ ਹੋ ਗਏ, ਬੁਰਾਈਆਂ ਤੋਂ ਮੁਕਤ ਹੋ ਗਏ, ਇਸ ਬੰਧਨਾਂ ਤੋਂ ਆਜ਼ਾਦ ਹੋ ਗਏ, ਮੁਕਤ ਹੋ ਗਏ ਉਹ ਸੰਸਾਰ ਵਿੱਚ, ਜਿਨ੍ਹਾਂ ਨੇ ਗੁਰੂ ਕੋਲੋਂ ਆ ਕੇ ਇਹ ਨਾਮ ਦਾ ਰਸ ਪ੍ਰਾਪਤ ਕਰ ਲਿਆ। ਨਾਮ ਨਿਧਾਨਾ ਗੁਰਮੁਖ ਪਾਈਐ। ਇਹ ਜਿਹੜਾ ਨਾਮ ਦਾ ਖਜ਼ਾਨਾ ਹੈ ਨਾ, ਜਿਹਦੇ 'ਚ ਰਸ ਭਰਿਆ ਪਿਆ, ਗੁਰਮੁਖ ਪਾਈਐ। ਗੁਰਮੁਖ ਦੇ ਖੱਖੇ ਨੂੰ ਸਿਹਾਰੀ ਗੁਰੂ ਦੇ ਸਨਮੁਖ ਹੋ ਕੇ ਪਾਇਆ ਜਾਣਾ। ਪਰ ਅਸੀਂ ਕਵਾਂਗੇ ਅਸੀਂ ਤੇ ਗੁਰੂ ਦੇ ਸਨਮੁਖ ਹੀ ਆ, ਕਿਉਂਕਿ ਸਾਡਾ ਮੁਖ ਗੁਰੂ ਵੱਲ ਹੈ। ਮਹਾਰਾਜ ਕਹਿੰਦੇ ਨਹੀਂ, ਆਹ ਮੁਖ ਦੀ ਗੱਲ ਨਹੀਂ ਹੈ। ਗੁਰਮੁਖ ਦਾ ਮਤਲਬ ਹੁੰਦਾ ਮਨ ਵੇਚੈ ਸਤਿਗੁਰ ਕੇ ਪਾਸ। ਸਾਡਾ ਮਨ ਗੁਰੂ ਦੇ ਸਨਮੁਖ ਹੋਣਾ ਚਾਹੀਦਾ ਹੈ। ਜਿਨ੍ਹਾਂ ਦਾ ਮਨ ਗੁਰੂ ਦੇ ਸਨਮੁਖ ਹੋ ਗਿਆ, ਸਾਹਿਬ ਜੀ ਕਹਿੰਦੇ ਉਹਨਾਂ ਨੇ ਨਾਮ ਦਾ ਖਜ਼ਾਨਾ ਗੁਰੂ ਸਾਹਿਬ ਕੋਲੋਂ ਪਾ ਲਿਆ। ਪਰ ਵਿਰਲੇ ਨੇ ਉਹ, ਜਿਵੇਂ ਅੰਮ੍ਰਿਤ ਬਾਣੀ 'ਚ ਆਪਾਂ ਬਚਨ ਪੜ੍ਹਦੇ ਹਾਂ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਹੁਣ ਆਉਣ ਨੂੰ ਆਪਾਂ ਸਾਰੇ ਹੀ ਆ ਰਹੇ ਹਾਂ, ਪਰ ਮਹਾਰਾਜ ਕਹਿੰਦੇ ਆ ਪਾਉਂਦਾ ਕੌਣ ਹੈ ਖਜ਼ਾਨਾ? ਜਿਹਨੇ ਸਤਿਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ। ਆਉਣ ਵਾਲੇ ਹਜ਼ਾਰਾਂ ਸਨ, ਪਰ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਸਤ ਕਰਕੇ ਮੰਨਣ ਵਾਲੇ ਵਿਰਲੇ ਵਿਰਲੇ ਸਨ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਹਿਣਾ ਪਿਆ, ਨਾਮ ਨਿਧਾਨਾ ਗੁਰਮੁਖ ਪਾਈਐ, ਕਹੋ ਨਾਨਕ ਵਿਰਲੀ ਡਿਠਾ ਜੀਓ। ਉਹ ਵਿਰਲੇ ਨੇ ਜਿਹਨੇ ਆ ਨਾਮ ਦੇ ਖਜ਼ਾਨੇ ਨੂੰ ਦੇਖਿਆ, ਇਹਦੇ ਦੀਦਾਰ ਕੀਤੇ, ਨਾਮ ਦਾ ਰਸ ਦੇਖਿਆ, ਨਾਮ ਦਾ ਰਸ ਪੀਤਾ, ਇਸ ਨਾਮ ਤੱਕ ਪਹੁੰਚ ਸਕੇ। ਮਹਾਰਾਜ ਜੀ ਕਹਿੰਦੇ ਵਿਰਲੀ, ਉਹ ਵਿਰਲੇ ਵਿਰਲੇ ਨੇ ਰੱਬ ਦੇ ਪਿਆਰੇ, ਜਿਹੜੇ ਸਤਿਗੁਰੂ ਦੇ ਸਨਮੁਖ ਹੋ ਕੇ ਇਸ ਨਾਮ ਦੇ ਰਸ ਨੂੰ ਪੀ ਕੇ ਸਦਾ ਲਈ ਤ੍ਰਿਪਤ ਹੋ ਜਾਂਦੇ ਨੇ। ਮਨ ਉਹਨਾਂ ਦਾ ਸ਼ਾਂਤ ਹੋ ਜਾਂਦਾ ਹੈ।
ਉਹਨਾਂ ਦੇ ਅੰਦਰੋਂ ਬੁਰਾਈਆਂ ਖਤਮ ਹੋ ਜਾਂਦੀਆਂ, ਵਿਕਾਰ ਵਾਲਾ ਰਸ, ਜ਼ਹਿਰ ਵਾਲਾ ਰਸ ਮੁੱਕ ਜਾਂਦਾ ਹੈ ਤੇ ਅੰਮ੍ਰਿਤ ਰਸ ਨਾਲ ਉਹ ਭਰਪੂਰ ਹੋ ਜਾਂਦੇ ਆ। ਉਹਨਾਂ ਦੇ ਜੀਵਨ ਦੇ ਅੰਦਰ ਫਿਰ ਖੁਸ਼ੀਆਂ ਆ ਜਾਂਦੀਆਂ ਨੇ। ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਵਿੱਚ ਇਹ ਕਿਰਪਾ ਕਰਕੇ ਸਾਨੂੰ ਨਾਮ ਦਾ ਰਸ ਪੀਣ ਲਈ ਆਖਿਆ, ਨਾਮ ਦੇ ਰਸ ਦੀ ਮਿਠਾਸ ਬਾਰੇ ਦੱਸਿਆ, ਉੱਥੇ ਅੱਜ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਅੱਜ ਦੇ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਬਾਸਰਕੇ ਦੇ ਵਿੱਚ ਜਿਨ੍ਹਾਂ ਦਾ ਪ੍ਰਕਾਸ਼ ਹੁੰਦਾ ਹੈ 1479 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਛੋਟੇ ਨੇ। 1469 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ ਔਰ 1479 ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਹੈ। 10 ਸਾਲ ਗੁਰੂ ਨਾਨਕ ਸਾਹਿਬ ਤੋਂ ਛੋਟੇ ਨੇ ਔਰ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਕੋਲੋਂ 25 ਸਾਲ ਵੱਡੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪੁਰਬ ਜਿਹੜਾ 1504 ਦਾ ਹੈ ਤੇ ਤੁਸੀਂ 1504 ਤੱਕ ਦਾ ਸਮਾਂ ਵੇਖੋ, 25 ਸਾਲ। ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ 25 ਸਾਲ ਵੱਡੇ ਨੇ। ਪਰ ਇਹ ਉਹ ਘਰ ਹੈ ਜਿੱਥੇ ਉਮਰਾਂ ਦੇ ਫਾਸਲੇ ਨਹੀਂ ਦੇਖੇ ਜਾਂਦੇ। ਇਹ ਉਹ ਘਰ ਹੈ ਜਿੱਥੇ ਵੱਡੀ ਛੋਟੀ ਉਮਰ ਨਹੀਂ ਵੇਖੀ ਜਾਂਦੀ, ਇੱਥੇ ਅੰਦਰ ਦੀ ਕਮਾਈ ਵੇਖੀ ਜਾਂਦੀ ਹੈ। ਤੇ ਜੇ ਅੰਦਰ ਦੀ ਕਮਾਈ ਵੱਡੀ ਹੈ ਤਾਂ ਫਿਰ 5 ਸਾਲ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਬਣ ਜਾਂਦੇ ਆ। ਤੇ ਜੇ ਅੰਦਰ ਦੀ ਕਮਾਈ ਵੱਡੀ ਹੈ ਤਾਂ 72 ਸਾਲ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਮਾਲਕ ਬਣ ਜਾਂਦੇ ਆ। ਇੱਥੇ ਸਰੀਰ ਦਾ ਫਾਸਲਾ ਨਹੀਂ, ਇੱਥੇ ਕਮਾਈ ਵੇਖਿਆ ਕਰੀਏ ਵੀ ਕਮਾਈ। ਅੱਜ ਮੈਂ ਆਪਣੇ ਸਮੇਤ ਗੱਲ ਕਰਾਂ, ਇੱਕ ਛੋਟੇ ਬੱਚੇ 5 7 10 ਸਾਲ ਦੇ ਜਦੋਂ ਉਹਨਾਂ ਨੂੰ ਗੁਰਬਾਣੀ ਕੰਠ ਵੇਖੀ ਦੀ ਹੈ ਤੇ ਆਪਣਾ ਸਿਰ ਝੁਕ ਜਾਂਦਾ ਹੈ। ਮਨਾ ਇਹ ਉਮਰ ਕਰਕੇ ਤੂੰ ਭਾਵੇਂ ਇਹਨਾਂ ਨਾਲੋਂ 20 30 40 ਸਾਲ ਵੱਡਾ ਹੋਵੇਂਗਾ, ਪਰ ਆ 7 ਸਾਲ ਦਾ ਬੱਚਾ ਜਿਹੜਾ ਗੁਰਬਾਣੀ ਕੰਠ ਕਰਕੇ ਸੁਣਾਉਂਦਾ, ਇਹਦੀ ਕਮਾਈ ਤੇਰੇ ਨਾਲੋਂ ਵੀ ਵੱਡੀ ਹੈ। ਭਾਵੇਂ ਉਮਰ ਉਹਦੀ 7 ਸਾਲ ਹੈ ਪਰ ਉਮਰ ਛੋਟੀ ਹੈ, ਪਰ ਕਮਾਈ ਵੱਡੀ ਹੈ। ਇੰਨੀ ਵੱਡੀ ਉਮਰ ਹੋ ਗਈ ਪਰ ਗੁਰਬਾਣੀ ਕੰਠ ਕਰਨੀ ਅਜੇ ਵੀ ਔਖੀ ਲੱਗਦੀ ਹੈ। ਇਹਦਾ ਮਤਲਬ ਸਰੀਰ ਕਰਕੇ ਤਾਂ ਵੱਡੇ ਹੋ ਗਏ ਪਰ ਅੰਦਰ ਦੀ ਕਮਾਈ ਕਰਕੇ ਹਜੇ ਵੀ ਛੋਟੇ ਆ। ਇੱਥੇ ਕਮਾਈ ਵੇਖੀ ਜਾਂਦੀ ਹੈ ਤੇ ਕਮਾਈਆਂ ਵਾਲਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਹੁਣ ਧਰੂ ਪ੍ਰਹਲਾਦ 5 7 ਸਾਲ ਦੀ ਉਮਰ ਹੈ ਪਰ ਮਹਾਰਾਜ ਕਹਿੰਦੇ 80 ਸਾਲ ਵਾਲੇ ਨੂੰ ਪਏ ਆ, ਕਹਿੰਦੇ 70 ਸਾਲ ਵਾਲੇ ਨੂੰ ਪੈਂਦ ਕਹਿ ਰਹੇ ਆ ਵੀ ਇਦਾਂ ਨਾਮ ਜਪਿਆ ਕਰ ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ। ਇਹ ਉਹ ਘਰ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਖੇਤੀਬਾੜੀ ਕਰਦਿਆਂ ਹੀ ਤਕਰੀਬਨ ਬਤੀਤ ਹੋਇਆ। ਜਿਸ ਉਮਰ ਵਿੱਚ ਬੰਦਾ ਕਹਿੰਦਾ ਨਾ ਵੀ ਰਿਟਾਇਰ ਹੋ ਕੇ ਘਰ ਬੈਠ ਜਾਣਾ, ਵੀ ਹੁਣ ਬਹੁਤੀ ਭੱਜ ਦੌੜ ਨਹੀਂ ਹੁੰਦੀ, ਹੁਣ ਕੰਮ ਕਾਜ ਨਹੀਂ ਬਹੁਤਾ ਹੁੰਦਾ, ਹੁਣ ਘਰ ਬਹਿ ਕੇ ਆਰਾਮ ਕਰਨਾ, ਗੁਰੂ ਅਮਰਦਾਸ ਜੀ ਦਾ ਸਫ਼ਰ ਹੀ ਉਸ ਉਮਰ ਵਿੱਚ ਸ਼ੁਰੂ ਹੁੰਦਾ ਹੈ। ਖੇਤੀਬਾੜੀ ਕਰਦਿਆਂ ਜੀਵਨ ਬਤੀਤ ਹੋ ਗਿਆ। ਘਰ ਦੇ ਵਿੱਚ ਗ੍ਰਸਤ ਜੀਵਨ ਦੇ ਵਿੱਚ ਬਾਬਾ ਮੋਹਨ ਜੀ, ਬਾਬਾ ਮੋਰੀ ਜੀ, ਬੀਬੀ ਦਾਨੀ ਜੀ ਔਰ ਬੀਬੀ ਭਾਨੀ ਜੀ, ਇਹ ਪਰਿਵਾਰ ਬੱਚਿਆਂ ਦੇ ਰੂਪ ਵਿੱਚ ਹੈ ਗੁਰੂ ਅਮਰਦਾਸ ਪਾਤਸ਼ਾਹ ਦਾ। 2 ਪੁੱਤਰ ਨੇ, 2 ਸੁਪੁੱਤਰੀਆਂ ਨੇ। ਬਾਹਰ ਦੀਆਂ ਯਾਤਰਾਵਾਂ ਚੱਲ ਰਹੀਆਂ ਕਿਉਂਕਿ ਹਜੇ ਗੁਰੂ ਨਹੀਂ ਨਾ ਮਿਲਿਆ ਤੇ ਗੁਰੂ ਕੋਲੋਂ ਹਜੇ ਅੰਮ੍ਰਿਤ ਰਸ ਨਹੀਂ ਮਿਲਿਆ। ਹਜੇ ਬਾਹਰ ਦਾ ਰਸ ਬਣਿਆ ਤੀਰਥਾਂ ਦਾ। ਬਾਹਰ ਤੀਰਥਾਂ ਤੇ ਜਾਂਦੇ ਨੇ, 20 ਸਾਲ ਹੋ ਗਏ ਬਾਹਰ ਤੀਰਥਾਂ ਤੇ ਜਾਂਦੇ ਆ। ਹਰ ਸਾਲ ਜਥਾ ਲੈ ਕੇ ਜਾਂਦੇ ਆ। 20 ਸਾਲ ਦੀ ਯਾਤਰਾ ਬਾਹਰ ਦੇ ਤੀਰਥਾਂ ਤੇ ਕੀਤੀ ਹੈ। ਅੱਜ ਜਦੋਂ 20ਵੀਂ ਵਾਰ 19ਵੀਂ ਵਾਰ ਦੀ ਯਾਤਰਾ ਪੂਰੀ ਕੰਪਲੀਟ ਹੋ ਚੁੱਕੀ ਹੈ ਤੇ 20ਵੀਂ ਵਾਰ ਦੀ ਜਿਹੜੀ ਯਾਤਰਾ ਸੀ ਨਾ, ਇਸ ਯਾਤਰਾ ਦੇ ਦੌਰਾਨ ਇੱਕ ਕਮਾਈ ਵਾਲੀ ਰੂਹ, ਦੇਖੋ ਇੱਕ ਕਮਾਈ ਵਾਲੇ ਰੂਹ ਦੇ ਅੰਦਰੋਂ ਨਿਕਲਿਆ ਹੋਇਆ ਬੋਲ
ਤੁਹਾਨੂੰ ਅੰਦਰੋਂ ਝੰਜੋੜ ਕੇ ਰੱਖ ਦੇਗਾ। ਇੱਕ ਕਮਾਈ ਵਾਲੇ ਦੇ ਅੰਦਰੋਂ ਨਿਕਲਿਆ ਹੋਇਆ ਬੋਲ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਗਾ। ਕਈ ਬੰਦੇ ਰੋਲਾ ਪਾਉਂਦੇ ਆ ਪੂਰੀ ਦੁਨੀਆ ਦੇ ਵਿੱਚ, ਪਰ ਉਹਨਾਂ ਦੀ ਸੁਣਦਾ ਕੋਈ ਨਹੀਂ ਤੇ ਉਹਦਾ ਅਸਰ ਵੀ ਕਿਸੇ ਤੇ ਨਹੀਂ ਹੁੰਦਾ। ਪਰ ਇੱਕ ਬੰਦਾ ਐਸਾ ਜਿਹੜਾ ਬੋਲਦਾ ਹੈ, ਭਾਵੇਂ ਥੋੜਾ ਹੀ ਬੋਲਦਾ ਹੈ, ਪਰ ਉਹਦਾ ਬੋਲਿਆ ਹੋਇਆ ਬੋਲ ਕਈਆਂ ਤੇ ਅਸਰ ਕਰ ਜਾਂਦਾ ਹੈ। ਕਾਰਨ ਇੱਕ ਦਾ ਭਾਂਡਾ ਅੰਦਰ ਖਾਲੀ ਸੀ, ਇੱਕ ਦਾ ਭਾਂਡਾ ਅੰਦਰ ਕਮਾਈ ਨਾਲ ਭਰਿਆ, ਤੇ ਜਦੋਂ ਕਮਾਈ ਵਾਲਾ ਬੋਲਿਆ ਤੇ ਕਈਆਂ ਦੇ ਹਿਰਦਿਆਂ 'ਚ ਜਾ ਕੇ ਵਸ ਗਿਆ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਿਹੜਾ ਸਾਧੂ ਮਿਲਿਆ ਨਾ, ਉਹ ਵਾਕਈ ਉਹਦੇ ਅੰਦਰ ਕਮਾਈ ਹੋਏਗੀ ਜਿਹਨੇ ਗੁਰੂ ਅਮਰਦਾਸ ਜੀ ਦੇ ਹਿਰਦੇ ਨੂੰ ਝੰਜੋੜ ਕੇ ਰੱਖਦਾ। ਜੇ ਆਮ ਇਨਸਾਨ ਹੁੰਦਾ ਤੇ ਉਹਦਾ ਬੋਲਿਆ ਬੋਲ ਇੰਨਾ ਅਸਰ ਨਹੀਂ ਸੀ ਕਰਨਾ। ਬਸ ਇੱਕੋ ਗੱਲ ਆਖੀ ਵੀ ਜਿਨ੍ਹਾਂ ਹੱਥਾਂ ਤੋਂ ਮੈਨੂੰ ਜਲ ਛਕਾਇਆ ਹੈ, ਜਿਨ੍ਹਾਂ ਹੱਥਾਂ ਤੋਂ ਮੈਨੂੰ ਭੋਜਨ ਛਕਾਇਆ ਹੈ, ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ ਗੁਰੂ ਕੌਣ ਹੁੰਦਾ ਹੈ। ਮੈਂ ਤੇ ਅੱਜ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ, ਬਸ ਆ ਜਥਾ ਲੈਣਾ ਤੇ ਬਾਹਰ ਦੀਆਂ ਯਾਤਰਾਵਾਂ ਕਰਨੀਆਂ, ਤੀਰਥਾਂ ਤੇ ਜਾ ਕੇ ਜੋ ਪਾਠ ਪੂਜਾ ਕਰਨਾ ਕਰਕੇ ਆ ਜਾਂਦੇ ਆ। ਉਸ ਸਾਧੂ ਦੇ ਬੋਲੇ ਹੋਏ ਬੋਲ, ਉਹਨੇ ਆਖਿਆ ਮੇਰੀ ਜ਼ਿੰਦਗੀ ਵਿੱਚ ਹੁਣ ਤੱਕ ਦਾ ਜਿੰਨਾ ਵੀ ਜਪ, ਜਿੰਨਾ ਵੀ ਮੈਂ ਤਪ ਕੀਤਾ, ਉਹ ਸਾਰਾ ਹੀ ਨਸ਼ਟ ਹੋ ਗਿਆ। ਕਿਉਂ? ਮੈਂ ਇੱਕ ਨਿਗੁਰੇ ਦੇ ਹੱਥਾਂ ਤੋਂ ਪਾਣੀ ਪੀ ਲਿਆ। ਇਹ ਬੋਲ ਆ ਦਿਲ ਵਿੱਚ ਜਾ ਕੇ ਚੁੱਭ ਗਏ, ਤੀਰ ਵਾਂਗੂ ਅੰਦਰ ਖੁੱਭ ਗਏ ਕਿ ਮੇਰੀ ਜ਼ਿੰਦਗੀ ਦਾ ਕੀਤਾ ਹੋਇਆ ਤਪ, ਮੇਰੀ ਜ਼ਿੰਦਗੀ ਦਾ ਕੀਤਾ ਹੋਇਆ ਜਪ ਸਾਰਾ ਹੀ ਨਸ਼ਟ ਹੋ ਗਿਆ ਜਦੋਂ ਮੈਂ ਇੱਕ ਨਿਗੁਰੇ ਦੇ ਹੱਥਾਂ ਤੋਂ ਪਾਣੀ ਪੀ ਲਿਆ। ਨਿਗੁਰੇ ਕਾ ਹੈ ਨਾਉ ਬੁਰਾ। ਬਸ ਅੰਦਰ ਆ ਬੋਲ ਅੰਦਰ ਤੀਰ ਵਾਂਗੂ ਖੁੱਭ ਗਏ ਵੀ 20 ਸਾਲ ਹੋ ਗਏ ਯਾਤਰਾ ਕਰਦਿਆਂ ਕਰਦਿਆਂ, ਹਜੇ ਵੀ ਇਹਨਾਂ ਅੱਖਾਂ 'ਚ ਬਰਕਤ ਨਹੀਂ, ਹਜੇ ਵੀ ਆ ਜ਼ਿੰਦਗੀ ਨਿਗੁਰੀ ਹੈ। ਬਸ ਉਹ ਰਾਤ ਦਾ ਸਮਾਂ ਕਿਵੇਂ ਕੱਟਿਆ ਹੋਏਗਾ। ਘਰ ਆ ਗਏ, ਉਹ ਸਾਧੂ ਦੇ ਬੋਲ ਸੁਣ ਕੇ ਘਰ ਆ ਗਏ, ਅੱਖਾਂ ਭਰੀਆਂ ਪਈਆਂ ਸਨ। ਅੱਜ ਨੀਂਦ ਕੋਈ ਨਹੀਂ ਸੀ ਆਉਂਦੀ। ਜਦੋਂ ਅੰਦਰ ਹਿਰਦੇ 'ਚ ਪੀੜ ਹੋਵੇ ਨਾ, ਫਿਰ ਨੀਂਦ ਨਹੀਂ ਆਉਂਦੀ ਬੰਦੇ ਨੂੰ। ਕਹਿੰਦੇ ਨੇ ਨੀਂਦ ਨਹੀਂ ਆਈ, ਬਸ ਮਨ ਕਹਿੰਦਾ ਸੀ ਮਨਾ ਤੂੰ ਗੁਰੂ ਵਾਲਾ ਕਦੋਂ ਬਣੇਗਾ, ਕਿੱਥੇ ਤੈਨੂੰ ਪੂਰਾ ਗੁਰੂ। ਹਾਲਾਂਕਿ ਧਿਆਨ ਰੱਖਿਓ, ਗੁਰੂ ਦਾ ਦੀਦਾਰ ਪਹਿਲਾਂ ਹੋਇਆ ਸੀ, ਪਰ ਹਜੇ ਤੱਕ ਅੰਦਰ ਦਾ ਬੀਜ ਨਹੀਂ ਸੀ ਪੁੰਗਰਿਆ। ਦੀਦਾਰ ਤਾਂ ਪਹਿਲਾਂ ਹੋ ਚੁੱਕਾ ਸੀ ਗੁਰੂ ਅੰਗਦ ਸਾਹਿਬ ਦਾ, ਪਰ ਉਹ ਜਿਵੇਂ ਭੱਟ ਸਾਹਿਬਾਨ ਕਹਿੰਦੇ ਆ ਨਾ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭਰਮਤੇ ਫਿਰਤੇ ਬਹੁਤਾ। ਹਜੇ ਉਹ ਭਾਗ ਲਿਲਾਰ ਉਦੈ ਨਹੀਂ ਸੀ ਹੋਏ। ਇਸ ਕਰਕੇ ਜਦੋਂ ਆਪਣੇ ਭਤੀਜੇ ਨੂੰ ਵਿਆਹਣ ਲਈ ਗਏ ਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੁਪੁੱਤਰੀ ਨਾਲ, ਤੇ ਕੀ ਪਤਾ ਨਹੀਂ ਸੀ ਇਹ ਗੁਰੂ ਅੰਗਦ ਸਾਹਿਬ ਨੇ, ਇਹ ਚਵਰ ਛਤਰ ਤਖਤ ਦੇ ਮਾਲਕ ਨੇ। ਪਤਾ ਸੀ, ਪਰ ਹਜੇ ਭਾਗ ਲਿਲਾਰ ਉਦੈ ਨਹੀਂ ਸੀ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸੁਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ, ਪਰ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਨੂੰ ਆਪਣੇ ਪੋਤੇ ਨੂੰ ਦਿੰਦੇ ਆ, ਉਹ ਅੱਗੋਂ ਆਪਣੇ ਪੁੱਤਰ ਨੂੰ ਦਿੰਦੇ ਆ। ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦੀ ਆ। ਪਹਿਲਾਂ ਕਿਉਂ ਨਹੀਂ ਮਿਲੀ? ਕਿਉਂਕਿ ਪਹਿਲਾਂ ਸਮਾਂ ਨਹੀਂ ਸੀ ਬਣਿਆ। ਉਹ ਸਮਾਂ ਨਹੀਂ ਸੀ ਪਹਿਲਾਂ ਬਣਿਆ, ਹੁਣ ਸਮਾਂ ਬਣਿਆ ਅੱਜ। ਤੇ ਰਾਤ ਅੱਖਾਂ ਵਿੱਚ ਅਥਰੂ ਰੁਕੇ ਨਹੀਂ, ਬਸ ਇੱਕੋ ਹੀ ਮਨ ਵਿੱਚ ਸੀ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਮੇਰਾ ਮਨ ਗੁਰੂ ਦੇ ਦਰਸ਼ਨਾਂ ਨੂੰ ਤੜਪਦਾ ਪਿਆ। ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਜਦੋਂ ਕਹਿਣ ਲੱਗੇ ਵੀ ਦੁੱਧ ਰਿੜਕਦੇ ਆ ਤੇ ਮਧਾਣੀ ਚੱਲਦੀ ਆ, ਉਸ ਚੱਲਦੀ ਮਧਾਣੀ ਦੀ ਸੁਰ ਨਾਲ ਸ਼ਬਦ ਨੂੰ ਗਾਉਂਦੇ ਆ। ਹੁਣ ਦੇਖੋ ਕਿੰਨੇ ਗੁਰਬਾਣੀ ਦੇ ਸ਼ਬਦ ਕੰਠ ਹੋਣਗੇ ਉਸ ਵੇਲੇ। ਗੁਰਬਾਣੀ ਦਾ ਸ਼ਬਦ ਗਾਉਂਦੇ ਆ। ਮਾਰੂ ਰਾਗ ਦਾ ਉਹ ਸ਼ਬਦ ਹੈ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਦੋਂ ਸ਼ਬਦ ਗਾਇਆ ਉਧਰੋਂ ਮਧਾਣੀ ਚੱਲਦੀ ਹੈ, ਬਸ ਉਹਦੀ ਸੁਰ ਵਿੱਚ ਜਦੋਂ ਸ਼ਬਦ ਗਾਇਆ ਤੇ ਕੰਨਾਂ ਵਿੱਚ ਆਵਾਜ਼ ਪਈ, ਅੰਮ੍ਰਿਤ ਬਾਣੀ ਹਰ ਹਰ ਤੇਰੇ
ਸੁਣ ਸੁਣ ਹੋਵੈ ਪਰਮ ਗਤ ਮੇਰੀ, ਜਲਨ 부ਜੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਜਲਨ ਬੁਝ ਗਈ ਅੰਦਰ ਦੀ, ਮਨ ਸ਼ੀਤਲ ਹੋ ਗਿਆ। ਅੱਜ ਰਿਹਾ ਨਾ ਗਿਆ ਤੇ ਤੁਰ ਪਏ। ਤੁਰਦੇ ਤੁਰਦੇ ਕੰਧ ਦਾ ਆਸਰਾ ਲੈ ਕੇ ਖਲੋ ਗਏ। ਬੀਬੀ ਅਮਰੋ ਜੀ ਬਾਣੀ ਪੜ੍ਹਦੇ ਗਏ ਤੇ ਖਲੋ ਕੇ ਬੜੇ ਸ਼ਾਂਤ ਮਨ ਨਾਲ ਸੁਣਦੇ ਗਏ। ਜਦੋਂ ਬੀਬੀ ਅਮਰੋ ਜੀ ਨੇ ਸਮਾਪਤੀ ਕੀਤੀ ਤੇ ਕੰਨਾਂ ਵਿੱਚ ਆਵਾਜ਼ ਪੈਣੀ ਬੰਦ ਹੋ ਗਈ ਨਾ, ਮਨ ਫਿਰ ਤੜਪਣ ਲੱਗ ਪਿਆ। ਜਦੋਂ ਮਨ ਤੜਪਿਆ ਤੇ ਕੋਲ ਜਾ ਕੇ ਕਹਿੰਦੇ, ਧੀਏ ਅੱਜ ਜਿਹੜੇ ਤੇਰੇ ਮੁਖ ਤੋਂ ਬੋਲ ਸੁਣਿਆ, ਇਹਨੇ ਮੇਰੇ ਤਪਦੇ ਹਿਰਦੇ ਨੂੰ ਠਾਰ ਕੇ ਰੱਖ ਦਿੱਤਾ। ਮੇਰਾ ਤਪਦਾ ਹਿਰਦਾ ਠਰ ਗਿਆ। ਇਹ ਤਾਂ 20 ਸਾਲਾਂ ਵਿੱਚ ਨਹੀਂ ਸੀ ਠਰਿਆ, ਜਿਹੜਾ ਅੱਜ ਤੇਰੇ ਬੋਲ ਸੁਣ ਕੇ ਠਰ ਗਿਆ। ਇਹ ਕਿਹਦੇ ਬੋਲ ਹੈ? ਕਹਿਣ ਲੱਗੇ, ਇਹ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਇਹ ਮੇਰੇ ਪਿਤਾ ਗੁਰਦੇਵ ਧੰਨ ਗੁਰੂ ਅੰਗਦ ਸਾਹਿਬ ਜੀ ਕੋਲੋਂ ਬਾਣੀ ਮਿਲੀ ਆ। ਬਸ ਉਹ ਸਮਾਂ ਜਿਹੜਾ ਨਹੀਂ ਸੀ ਬਣਿਆ, ਅੱਜ ਬਣ ਗਿਆ। ਕਹਿਣ ਲੱਗੇ, ਧੀਏ ਇੱਕ ਮੇਰੇ ਤੇ ਤਰਸ ਕਰ ਦੇ, ਮੇਰੇ ਤੇ ਇੱਕ ਕਿਰਪਾ ਕਰ ਦੇ, ਮੈਨੂੰ ਆਪਣੇ ਪਿਤਾ ਗੁਰਦੇਵ ਜੀ ਕੋਲ ਲੈ ਕੇ ਚੱਲ। ਕਹਿਣ ਲੱਗੇ, ਮੈਂ ਕਿਸੇ ਬਿਨਾਂ ਕੰਮ ਤੋਂ ਮੈਂ ਕਦੇ ਆਪਣੇ ਪੇਕੇ ਘਰ ਨਹੀਂ ਗਈ। ਕਹਿੰਦੇ, ਇਸ ਤੋਂ ਵੱਡਾ ਕੰਮ ਕੀ ਹੋ ਸਕਦਾ ਹੈ? ਜੇ ਕਿਸੇ ਵਿਛੜੇ ਨੂੰ ਤੂੰ ਮਿਲਾ ਦੇਵੇਂ, ਕਿਸੇ ਨਿਗੁਰੇ ਨੂੰ ਗੁਰੂ ਵਾਲਾ ਬਣਾ ਦੇਵੇਂ, ਇਸ ਤੋਂ ਵੱਡਾ ਕਾਰਜ ਹੋਰ ਕਿਹੜਾ ਹੋ ਸਕਦਾ ਹੈ? ਬੀਬੀ ਅਮਰੋ ਜੀ ਬਾਪੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੈ ਕੇ ਤੁਰੇ ਆ ਔਰ ਆਖਿਆ, ਜਦੋਂ ਖਡੂਰ ਸਾਹਿਬ ਪਹੁੰਚ ਗਏ ਨਾ ਤੇ ਬਾਹਰ ਬਿਠਾ ਕੇ ਕਹਿੰਦੇ ਆ, ਇੱਥੇ ਤੁਸੀਂ ਬਾਪੂ ਜੀ ਬੈਠੋ, ਮੈਂ ਹੁਣੇ ਪਿਤਾ ਜੀ ਤੋਂ ਆਗਿਆ ਲੈ ਕੇ ਆਵਾਂ। ਜਦੋਂ ਅੰਦਰ ਗਏ ਦਰਬਾਰ 'ਚ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੇਖਿਆ ਮੇਰੀ ਧੀ ਰਾਣੀ, ਮੇਰੀ ਸਪੁੱਤਰੀ ਬੀਬੀ ਅਮਰੋ ਆ ਗਈ। ਕਹਿਣ ਲੱਗੇ, ਗੱਲ ਨਾਲ ਲਾਉਣ ਤੋਂ ਪਹਿਲਾਂ ਇੱਕ ਗੱਲ ਕਹੀ। ਕਹਿੰਦੇ, ਕਿਵੇਂ ਆਈ ਹੈ? ਬਿਨਾਂ ਕੰਮ ਤੋਂ ਕਿਵੇਂ ਆਈ ਹੈ? ਅੱਜ ਸਾਨੂੰ ਸਮਝਣਾ ਪਏਗਾ। ਜੇ ਅਸੀਂ ਆਪਣੇ ਧੀ ਪੁੱਤ ਨੂੰ ਸੁਖੀ ਵੇਖਣਾ ਚਾਹੁੰਦੇ ਹਾਂ, ਪਹਿਲੀ ਗੱਲ ਉਹਨਾਂ ਨੂੰ ਸੰਸਕਾਰ ਚੰਗੇ ਦਈਏ, ਉਹਨਾਂ ਨੂੰ ਸਿੱਖਿਆਵਾਂ ਚੰਗੀਆਂ ਦਈਏ, ਤਾਂ ਕਿ ਪੇਕੇ ਘਰ ਰਵੇ, ਸਹੁਰੇ ਘਰ ਰਵੇ, ਸਾਡਾ ਧੀ ਪੁੱਤ ਹਮੇਸ਼ਾ ਸੁਖੀ ਹੀ ਰਹਿਣਾ ਚਾਹੀਦਾ ਹੈ। ਇੱਕੋ ਗੱਲ ਕਹੀ, ਪੁੱਤਰ ਬਿਨਾਂ ਕੰਮ ਤੋਂ ਕਿਵੇਂ ਆਉਣਾ ਹੋਇਆ? ਆਖਿਆ, ਪਿਤਾ ਜੀ ਅੱਜ ਬਿਨਾਂ ਕੰਮ ਤੋਂ ਨਹੀਂ, ਮੈਂ ਕੰਮ ਨਾਲ ਹੀ ਆਈ ਹਾਂ। ਤੇ ਸਾਹਿਬ ਕਹਿੰਦੇ, ਜਿਹਦੇ ਲਈ ਆਈ ਆ ਉਹਨੂੰ ਤੇ ਬਾਹਰ ਬਿਠਾ ਆਈ ਆ। ਵੀ ਜਿਹਦੇ ਲਈ ਕੰਮ ਆਈ ਉਹ ਤੇ ਬਾਹਰ ਬਿਠਾ ਆਈ ਆ। ਸਤਿਗੁਰੂ ਮਹਾਰਾਜ ਦੇ ਬੋਲ ਸੁਣੇ, ਬਸ ਹਿਰਦੇ ਵਿੱਚ ਖੁਸ਼ੀ ਖੇੜਾ। ਬਾਹਰ ਆਉਂਦਿਆਂ ਆਖਿਆ, ਬਾਪੂ ਜੀ ਧੰਨ ਗੁਰੂ ਅਮਰਦਾਸ ਜੀ ਨੂੰ ਆਖਿਆ, ਕਹਿੰਦੇ ਪਿਤਾ ਗੁਰਦੇਵ ਜੀ ਨੇ ਤੁਹਾਨੂੰ ਬੁਲਾਇਆ ਹੈ। ਸਤਿਗੁਰੂ ਜੀ ਆਪਣੇ ਆਸਨ ਤੋਂ ਉੱਠੇ। ਗੁਰੂ ਅਮਰਦਾਸ ਜੀ ਆਉਂਦੇ ਆ, ਵੀ ਰਿਸ਼ਤੇਦਾਰੀ ਹੈ ਨਾ, ਆਪਣੀ ਧੀ ਇਹਨਾਂ ਦੇ ਘਰ ਵਿਆਹੀ ਆ ਤੇ ਗੱਲ ਲਾ ਕੇ ਮਿਲਾਂਗੇ ਆਪਸ ਵਿੱਚ। ਪਰ ਗੁਰੂ ਅਮਰਦਾਸ ਜੀ ਗੱਲ ਲੱਗਣ ਦੀ ਬਜਾਏ ਚਰਨਾਂ ਵਿੱਚ ਲਿਆ ਕੇ ਸੀਸ ਰੱਖ ਦਿੱਤਾ। ਹੁਣ ਇੱਥੇ ਉਮਰ ਨਹੀਂ ਦੇਖੀ ਵੀ ਮੈਂ 25 ਸਾਲ ਉਮਰ ਤੋਂ ਵੱਡਾ ਨਹੀਂ, ਬਸ ਚਰਨਾਂ 'ਚ ਸੀਸ ਰੱਖ ਕੇ ਆਖਿਆ, ਸਤਿਗੁਰੂ ਮੈਨੂੰ ਆਪਣਾ ਸਿੱਖ ਬਣਾ ਲਓ। ਅੱਜ ਮੈਂ ਨਿਗੋਰਾ ਆਇਆ, ਪਰ ਮੈਂ ਗੁਰੂ ਵਾਲਾ ਬਣਨਾ ਚਾਹੁੰਦਾ ਹਾਂ, ਮੇਰੇ ਤੇ ਮਿਹਰ ਦਾ ਹੱਥ ਰੱਖੋ। ਗੁਰੂ ਅੰਗਦ ਸਾਹਿਬ ਜੀ ਸਮਝ ਗਏ ਕਿ ਅੱਜ ਅੰਦਰ ਦੀ ਖੇਡ ਬਦਲ ਚੁੱਕੀ ਹੈ। ਸਾਹਿਬ ਜੀ ਨੇ ਦੋਵੇਂ ਮੋਢਿਆਂ ਤੋਂ ਪਕੜ ਕੇ ਉਠਾਇਆ। ਕਹਿੰਦੇ ਕਿ ਚਿੰਤਾ ਨਾ ਕਰੋ, ਵਾਹਿਗੁਰੂ ਭਲੀ ਕਰੇਗਾ। ਇੱਥੇ ਰਹਿ ਕੇ ਫਿਰ ਸੇਵਾ ਸ਼ੁਰੂ ਹੋ ਗਈ, ਕਿਉਂਕਿ ਘੜਨ ਲੱਗਿਆਂ ਸੇਵਾ ਤੋਂ ਸ਼ੁਰੂ ਕਰਨਾ ਪੈਣਾ ਹੈ। ਜੇ ਸਿਮਰਨ ਨਾਮ ਰਸ ਭਾਂਡੇ ਵਿੱਚ ਪਾਉਣਾ ਤੇ ਪਹਿਲਾਂ ਭਾਂਡਾ ਵੀ ਤੇ ਤਿਆਰ ਕਰ ਲਈਏ। ਸੇਵਾ ਭਾਂਡਾ ਹੈ, ਸਿਮਰਨ ਅੰਮ੍ਰਿਤ ਰਸ ਹੈ। ਜੇ ਭਾਂਡਾ ਹੀ ਨਹੀਂ ਹੋਏਗਾ ਤੇ ਅੰਮ੍ਰਿਤ ਰਸ ਕਿੱਥੋਂ ਪਾਵਾਂਗੇ? ਸਾਡੀ ਸੇਵਾ ਤਾਂ ਜੋੜੇ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਜੇ ਭਾਵਨਾ ਅੰਦਰ ਹੋਵੇ ਤਾਂ। ਕਹਿੰਦੇ ਨੇ ਸੇਵਾ ਸਿਮਰਨ ਵਿੱਚ ਘੜਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲੇ ਗਾਗਰ ਭਰ ਕੇ ਲਿਆਉਣੀ, ਜਲਦੀ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣਾ। ਦਿਨੋਂ ਦਿਨ ਪਿਆਰ ਵੱਧਦਾ ਗਿਆ, ਪ੍ਰੀਤ ਅੰਦਰ ਗੂੜੀ ਪੈ ਗਈ। ਇੰਨੇ ਸਾਲ 12 ਸਾਲ ਲੰਘ ਗਏ ਘੜਦਿਆਂ ਘੜਦਿਆਂ। ਘੜੀਆਂ ਸ਼ਬਦ ਸੱਚੀ ਟਕਸਾਲ, ਇੰਨਾ ਕੁ ਘੜ ਦਿੱਤਾ ਅੰਦਰ ਕਿ 12 ਸਾਲ ਬਾਅਦ ਵੀ ਇੱਕ ਆਵਾਜ਼ ਆਈ ਕੰਨਾਂ ਵਿੱਚ,
ਇਹ ਅਮਰੂ ਨਿਥਾਵਾਂ ਹੋਵੇਗਾ। ਜਦੋਂ ਉਸ ਜੁਲਾਹੇ ਦੀ ਖੱਡੀ ਦੇ ਉਸ ਕਿੱਲੇ ਨਾਲ ਪੈਰ ਅਟਕਿਆ ਤੇ ਡਿੱਗੇ ਨੇ ਤੇ ਆਵਾਜ਼ ਆਈ ਅਮਰੂ ਨਿਥਾਵਾਂ, ਤੇ ਸਭ ਕਹਿੰਦੇ ਉਹ ਭੋਲੀਏ ਕਮਲੀਏ, ਇੰਨੇ ਸਾਲ ਹੋ ਗਏ ਗੁਰੂ ਨਾਲ ਪ੍ਰੀਤ ਪਾਇਆ, ਇੰਨੇ ਸਾਲ ਹੋ ਗਏ ਅੰਦਰ ਨੂੰ ਘੜਦਿਆਂ, ਤੂੰ ਹਜੇ ਵੀ ਨਿਥਾਵਾਂ ਹੀ ਦੱਸੀ ਜਾਂਦੀ ਆ। ਮੈਂ ਨਿਥਾਵਾਂ ਨਹੀਂ, ਅੱਜ ਤੇ ਮੈਂ ਥਾਂ ਵਾਲਾ ਬਣ ਗਿਆ। ਉਹ ਸੁਭਾਵਕ ਬੋਲ ਸੀ ਕਿ ਮੈਂ ਥਾਂ ਵਾਲਾ ਬਣ ਗਿਆ। ਜਦੋਂ ਇਸ਼ਨਾਨ ਕਰਾਇਆ, ਗੁਰੂ ਸਾਹਿਬ ਦਰਬਾਰ ਵਿੱਚ ਆਏ, ਸਮਾਪਤੀ ਹੋਈ ਤੇ ਗੁਰੂ ਸਾਹਿਬ ਕਹਿੰਦੇ ਅੱਜ ਗੁਰੂ ਅਮਰਦਾਸ ਮਹਾਰਾਜ, ਇੱਦਾਂ ਕਹਿ ਲਓ ਕਿ ਅਮਰਦਾਸ ਜੀ ਨੂੰ ਇਸ਼ਨਾਨ ਕਰਵਾ, ਅੱਜ ਸਵੱਛ ਬਸਤਰ ਪਹਿਨਾ ਕੇ ਲਿਆਓ। ਜਦੋਂ ਲਿਆਂਦਾ, ਆਪਣੇ ਆਸਨ ਤੋਂ ਉੱਠ ਕੇ ਤੇ ਆਪ ਗੁਰੂ ਅਮਰਦਾਸ ਜੀ ਨੂੰ ਬਿਠਾ ਕੇ ਕਹਿੰਦੇ ਆ ਅੱਜ ਵਾਕਈ ਤੁਸੀਂ ਥਾਂ ਵਾਲੇ ਬਣ ਗਏ ਹੋ। ਉਹ ਸੁਭਾਵਕ ਕਿਹਾ ਸੀ, ਜਿਹੜਾ ਅੰਦਰੋਂ ਘੜਿਆ, ਕਹਿੰਦਾ ਨਾ ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਉਹ ਸੁਭਾਵਕ ਬੋਲਿਆ ਕਮਲੀਏ ਮੈਂ ਨਿਥਾਵਾਂ ਨਹੀਂ, ਥਾਂ ਵਾਲਾ। ਤੇ ਗੁਰੂ ਅੰਗਦ ਸਾਹਿਬ ਨੇ ਥਾਂ ਤੇ ਬਿਠਾ ਕੇ ਆਖਿਆ ਅੱਜ ਤੋਂ ਤੁਸੀਂ ਥਾਂ ਵਾਲੇ ਹੋ। ਅੱਜ ਤੋਂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਅਸ, ਪਤਾ ਹੀ ਨਹੀਂ ਕਿੰਨੀਆਂ ਰਹਿਮਤਾਂ ਨਾਲ ਝੋਲੀ ਭਰ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਰੂਪ ਦੇ ਦਿੱਤਾ। ਗੋਇੰਦਵਾਲ ਸਾਹਿਬ ਵਸਾਉਂਦੇ ਆ। ਗੁਰੂ ਸਾਹਿਬ ਨੇ ਕੋਈ ਜਿਹੜੀਆਂ ਪੁਰਾਤਨ ਰੀਤੀਆਂ ਕੁਰੀਤੀਆਂ ਚੱਲਦੀਆਂ ਸੀ ਸਭ ਖਤਮ ਕੀਤੀਆਂ, ਬੇਲੋੜੀਆਂ ਰਸਮਾਂ ਬੰਦ ਕਰ ਦਿੱਤੀਆਂ। ਮਹਾਰਾਜ ਨੇ ਕਹਿੰਦੇ ਇੱਕ ਇਸਤਰੀ ਦਾ ਪਤੀ ਸਰੀਰ ਛੱਡ ਜਾਏ ਤੇ ਕੋਈ ਹੱਕ ਨਹੀਂ ਕਿ ਉਸ ਪਤੀ ਦੀ ਚਿਖਾ ਦੇ ਵਿੱਚ ਬੈਠ ਕੇ ਇਸਤਰੀ ਨੂੰ ਜਿਉਂਦਾ ਸੜਨਾ ਪਏ। ਕੀ ਕਸੂਰ ਹੈ ਉਹਦਾ? ਉਹ ਸਤੀ ਪ੍ਰਥਾ ਨੂੰ ਗੁਰੂ ਸਾਹਿਬ ਨੇ ਖਤਮ ਕੀਤਾ। ਪਿਤਾ ਕੋਲ ਆਉਣ ਲੱਗਿਆਂ ਧੀ ਨੂੰ ਘੁੰਡ ਕੱਢਣ ਦੀ ਲੋੜ ਨਹੀਂ, ਉਹ ਘੁੰਡ ਪ੍ਰਥਾ ਨੂੰ ਗੁਰੂ ਸਾਹਿਬ ਨੇ ਖਤਮ ਕੀਤਾ। ਔਰ ਸਬਰ ਤੇ ਸੰਤੋਖ ਭਰਨ ਲਈ ਮਹਾਰਾਜ ਕਹਿੰਦੇ ਰੋਜ਼ ਲੰਗਰ ਬਣਾਓ, ਤਿਆਰ ਕਰੋ, ਵਰਤਾਓ, ਪਰ ਰਾਤ ਨੂੰ ਬਰਤਨ ਸਾਰੇ ਮਾਂਜ ਕੇ ਮੁੱਦੇ ਕਰਕੇ ਰੱਖਣੇ ਆ। ਜੇ ਅੱਜ ਉਹਨੇ ਭਾਂਡੇ ਭਰੇ ਆ ਤੇ ਕੱਲ ਵੀ ਉਹੀ ਭਰੇਗਾ। ਜੇ ਅੱਜ ਉਹਨੇ ਭਰਿਆ ਕੱਲ ਵੀ ਉਹ ਭਰੇਗਾ। ਚਿੰਤਾ ਨਹੀਂ ਕਰਨੀ, ਅਚਿੰਤ ਹੋ ਕੇ ਸੌਂ ਜਾਓ। ਜੇ ਅੱਜ ਪਾਲਣਾ ਉਹਨੇ ਕੀਤੀ ਹੈ ਤੇ ਕੱਲ ਵੀ ਉਹੀ ਪਾਲਣਾ ਕਰੇਗਾ। ਗੁਰੂ ਅਮਰਦਾਸ ਮਹਾਰਾਜ ਨੇ 22 ਪ੍ਰਚਾਰਕ ਜਿਹੜੇ ਆ, 22 ਮੰਜੀਆਂ ਭਾਵ ਪ੍ਰਚਾਰਕ ਥਾਪ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੇ ਤੇ ਬੜੀ ਰਹਿਮਤ ਕਿਰਪਾ ਕੀਤੀ। ਸਾਨੂੰ ਭਰਮ ਵਿੱਚੋਂ ਕੱਢਿਆ, ਵਹਿਮਾਂ ਚੋਂ ਕੱਢਿਆ, ਕਰਮ ਕਾਂਡਾਂ ਚੋਂ ਕੱਢਿਆ। ਗੁਰੂ ਅਮਰਦਾਸ ਜੀ ਨੇ ਉਸ ਮਾਲਕ ਦੇ ਭਾਣੇ 'ਚ, ਉਹਦੇ ਹੁਕਮ ਵਿੱਚ ਚੱਲਣ ਦੀ ਪ੍ਰੇਰਨਾ ਸਾਨੂੰ ਦਿੱਤੀ ਹੈ। ਐਸੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਭੱਟ ਜਲਪਾ ਜੀ ਕਹਿੰਦੇ ਆ ਗੁਰ ਅਮਰਦਾਸ ਪਰਸੀਐ, ਪੋਹਮ ਪਾਤਕ ਬਿਨਾਸੈ। ਜੇ ਤੁਸੀਂ ਗੁਰੂ ਅਮਰਦਾਸ ਜੀ ਨੂੰ ਦੇ ਚਰਨਾਂ ਨੂੰ ਪਰਸੋਗੇ ਤਾਂ ਇਸ ਧਰਤੀ ਦੇ ਪਾਪ, ਆ ਵੀ ਧਰਤੀ ਹੈ, ਇਹਦੇ ਅੰਦਰ ਦੇ ਪਾਪ ਨਾਸ਼ ਹੋ ਜਾਣਗੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਕਹਿਣ ਲੱਗੇ ਗੁਰ ਅਮਰਦਾਸ ਪਰਸੀਐ ਧਿਆਨ ਲਈਏ ਪਉ ਮੁਕੈ। ਜੇ ਗੁਰੂ ਦੇ ਚਰਨਾਂ ਨੂੰ ਪਰਸ ਕੇ ਧਿਆਨ ਵਾਹਿਗੁਰੂ ਜੀ ਵੱਲ ਲਾਓਗੇ, ਤੁਹਾਡੀ ਜ਼ਿੰਦਗੀ ਦਾ ਪੈਂਡਾ ਹੀ ਮੁੱਕ ਜਾਏਗਾ। ਐਸੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਆਪ ਸਮੁੱਚੀ ਸੰਗਤ ਨੂੰ ਬਹੁਤ ਬਹੁਤ ਆਪ ਜੀ ਨੂੰ ਵਧਾਈਆਂ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨੇ ਗੁਰੂ ਜਣਿਆ ਮਾਏ। ਗੁਰੂ ਸਾਹਿਬ ਜੀ ਸਾਨੂੰ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਬਣ ਕੇ ਸਮਝਾਉਂਦੇ ਆ ਵੀ ਗੁਰੂ ਵਾਲੇ ਬਣੋ, ਗੁਰੂ ਸਾਹਿਬ ਦੇ ਸਨਮੁਖ ਹੋਵੋ ਔਰ ਨਾਮ ਦਾ ਰਸ ਅੰਮ੍ਰਿਤ ਗੁਰੂ ਸਾਹਿਬ ਕੋਲੋਂ ਪ੍ਰਾਪਤ ਕਰੋ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਐਵੇਂ ਨਾ ਭਟਕਦੇ ਰਹੀਏ, ਗੁਰੂ ਸਾਹਿਬ ਦੇ ਦਰ ਤੇ ਆ ਕੇ ਆਪਣੇ ਭਾਗ ਜਗਾ ਕੇ ਨਾਮ ਦਾ ਰਸ ਲਈਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਭਰਿਆ ਹੱਥ ਰੱਖ ਕੇ ਨਿਵਾਜਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਜ ਦੇ ਪਾਵਨ ਸ਼ਬਦ ਵਿੱਚੋਂ
ਇਹ ਪਾਵਨ ਅੰਮ੍ਰਿਤਮਈ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਕਣੇਰੇ। ਨਾਮ ਨਿਦਾਨਾ ਗੁਰਮੁਖ ਪਾਈਐ, ਕਹੋ ਨਾਨਕ ਵਿਰਲੀ ਡੀਠਾ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।